ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਪਹਿਲੇ ਦਰਸ਼ਕੋ, ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਇੱਕ ਚੰਗੀ ਖਬਰ ਨਾਲ ਸ਼ੁਰੂ ਕਰਦੇ ਹਾਂ। ਖਬਰ ਇਹ ਹੈ ਕਿ ਸ਼ਾਇਦ ਇਹ ਅਮਰੀਕਾ ਕੈਨੇਡਾ 'ਚ ਹੀ ਵਾਪਰ ਸਕਦਾ, ਇੱਥੇ ਨਹੀਂ, ਕਿ ਜੋ ਸਿੱਖ ਭਾਈਚਾਰਾ ਸਾਰੀ ਦੁਨੀਆ 'ਚ ਜਿਸ ਕਿਸਮ ਦੀ ਸੇਵਾ ਕਰ ਰਿਹਾ ਹੈ, ਜਿਸ ਕਿਸਮ ਦਾ ਇਸ ਸੰਕਟ ਦੇ ਵਿੱਚ ਸਿੱਖਾਂ ਨੇ ਸਾਰੇ ਜਿਹੜੇ ਲੋਕ ਨੇ ਲੰਗਰ ਦੀ ਸੇਵਾ ਕੀਤੀ ਹੈ ਜਾਂ ਦਵਾਈਆਂ ਦੀ ਸੇਵਾ ਕੀਤੀ ਹੈ, ਰਾਸ਼ਨ ਦੀ ਸੇਵਾ ਕੀਤੀ ਹੈ, ਕੀਤੀ ਸਾਰੇ ਤਾਂ ਹੈ, ਲੇਕਿਨ ਅਮਰੀਕਾ ਨੇ ਕੈਨੇਡਾ ਨੇ ਜਿਹੜਾ ਹੈ ਉਹਨਾਂ ਨੂੰ ਐਪਰੀਸ਼ੀਏਟ ਕੀਤਾ। ਹੁਣ ਤਾਂ ਖੈਰ ਮੋਦੀ ਸਾਹਿਬ ਨੇ ਵੀ ਟਵੀਟ ਕਰਕੇ ਐਪਰੀਸ਼ੀਏਟ ਕੀਤਾ ਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਬੰਗਲਾ ਸਾਹਿਬ ਕਰ ਰਿਹਾ ਹੈ ਸੇਵਾ, ਉਸ ਦੀ ਵੀ ਉਹਨਾਂ ਨੇ ਜਿਹੜੀ ਐਪਰੀਸ਼ੀਏਸ਼ਨ ਕੀਤੀ ਹੈ। ਲੇਕਿਨ ਜਿਸ ਦੀ ਐਪਰੀਸ਼ੀਏਸ਼ਨ ਅਮਰੀਕਾ ਦਾ ਇੱਕ ਸ਼ਹਿਰ ਹੈ ਹੋਲਯੋਕ, ਹੋ ਸਕਦਾ ਮੈਂ ਉਚਾਰਨ ਦੇ ਵਿੱਚ ਸ਼ਾਇਦ ਮੈਂ ਠੀਕ ਨਾ ਹੋਵਾਂ, ਪਰ ਜੋ ਮੈਂ ਪੜ੍ਹ ਰਿਹਾ ਹੋਲਯੋਕ, ਉੱਥੇ ਉਸ ਸ਼ਹਿਰ ਦੇ ਵਿੱਚ ਜਿੱਥੇ ਅਮਰੀਕਾ ਦਾ ਝੰਡਾ ਲਾਇਆ ਗਿਆ ਉਸ ਦੇ ਨਾਲ ਸਾਹਿਬ ਵੀ ਚਲਾਏ ਗਏ ਨੇ। ਇਹ ਨਿਸ਼ਾਨ ਸਾਹਿਬ ਸਿੱਖਾਂ ਦੇ ਸਨਮਾਨ ਦੇ ਵਜੋਂ ਚਲਾਏ ਗਏ ਨੇ। 1 ਮਹੀਨੇ ਦੇ ਲਈ ਅਮਰੀਕਾ ਦੇ ਇਸ ਝੰਡੇ ਦੇ ਨਾਲ ਤੇ ਉਸ ਸਟੇਟ ਦੇ ਝੰਡੇ ਦੇ ਨਾਲ ਜਿਹੜਾ ਨਿਸ਼ਾਨ ਸਾਹਿਬ ਝੁੱਲਦੇ ਰਹਿਣਗੇ। ਕਾਰਨ ਬੜਾ ਸਪਸ਼ਟ ਹੈ ਕਿ ਜੋ ਸੇਵਾ ਅਮਰੀਕਾ 'ਚ ਸਿੱਖਾਂ ਨੇ ਕੀਤੀ ਹੈ, ਇਹ ਐਪਰੀਸ਼ੀਏਸ਼ਨ ਦਾ ਇਹ ਢੰਗ ਹੈ। ਅਲੱਗ-ਅਲੱਗ ਢੰਗ ਹੁੰਦੇ ਨੇ। ਇਸ ਤਰ੍ਹਾਂ ਦਾ ਢੰਗ ਸ਼ਾਇਦ ਸਾਡੇ ਦੇਸ਼ ਦੇ ਵਿੱਚ, ਹਿੰਦੂ ਦੇ ਵਿੱਚ ਤਾਂ ਪੋਸੀਬਲ ਮੈਨੂੰ ਹਾਲ ਦੀ ਘੜੀ ਨਹੀਂ ਲੱਗਦਾ। ਉੱਥੇ ਥਾਲੀਆਂ ਵੱਜ ਸਕਦੀਆਂ ਨੇ, ਉੱਥੇ ਸੰਖ ਵੱਜ ਸਕਦੇ ਨੇ, ਪਰ ਜਿਹੜਾ ਜਿਸ ਤਰੀਕੇ ਦਾ ਨਿਸ਼ਾਨ ਸਾਹਿਬ ਝੰਡੇ ਦੇ ਨਾਲ ਚੜਾਇਆ ਗਿਆ, ਇਹ ਸਿੱਖਾਂ ਲਈ ਇੱਕ ਮਾਣ ਦੀ ਗੱਲ ਜਿਹੜੀ ਹੈ ਉਹ ਹੈ ਤੇ ਹੋ ਸਕਦੀ ਹੈ, ਹੋਣੀ ਚਾਹੀਦੀ ਵੀ ਹੈ। ਇਹ ਖਬਰ ਅਸੀਂ ਸ਼ਰਧਾਂਜਲੀ ਦੇ ਤੌਰ ਤੇ ਲਈਏ, ਕਿਉਂਕਿ ਇੱਕ ਵੱਡਾ ਐਕਟਰ, ਵੱਡਾ ਹੀਰੋ, ਇੱਕ ਉਹ ਕਲਾਕਾਰ ਜਿਹਨੇ ਆਪਣੀ ਕਲਾ ਦਾ ਸਿੱਕਾ ਨਾ ਸਿਰਫ ਬਾਲੀਵੁੱਡ 'ਚ ਮਨਾਇਆ, ਉਸਨੇ ਹਾਲੀਵੁੱਡ ਦੇ ਵਿੱਚ ਵੀ 7-8 ਫਿਲਮਾਂ ਕੀਤੀਆਂ, ਉਹਦੇ 'ਚ ਵੀ ਉਸਨੇ ਚੰਗਾ ਕੰਮ। ਇਰਫਾਨ ਖਾਨ ਕੈਂਸਰ ਨਾਲ ਕੱਲ ਚੱਲ ਵਸਿਆ, 54 ਸਾਲ ਦੀ ਉਮਰ ਸੀ ਉਸਦੀ। ਜੈਪੁਰ ਦੇ ਮੁਸਲਮਾਨ ਪਸ਼ਤੂਨ ਖਾਨਦਾਨ 'ਚ ਪੈਦਾ ਹੋ ਕੇ ਬਹੁਤ ਮਿਹਨਤ ਕੀਤੀ ਉਸਨੇ, ਔਰ 88 ਦੇ ਵਿੱਚ ਪਹਿਲੀ ਫਿਲਮ ਆਈ ਸੀ ਉਹਦੀ ਇਸਲਾਮ ਬੰਬੇ, ਤੇ ਬੜੀ ਮਿਹਨਤ ਤੋਂ ਬਾਅਦ ਕਿਤੇ 2003 'ਚ ਉਹਦੀ ਪਹਿਚਾਣ ਬਣੀ ਸੀ। ਪਹਿਚਾਣ ਤਾਂ ਉਹਦੀ ਅਸਲ ਉਦੋਂ ਬਣੀ ਜਦੋਂ ਭਾਨ ਸਿੰਘ ਤੋਮਰ ਨਾਂ ਦੀ ਫਿਲਮ, ਜਿਹੜੀ ਇੱਕ ਅਸਲੀਟ ਦੀ ਜ਼ਿੰਦਗੀ ਤੇ ਸੀ, ਜਿਹੜਾ ਬਾਅਦ 'ਚ ਜਾ ਕੇ ਡਾਕੂ ਬਣਦਾ, ਉਹਦੇ 'ਚ ਉਸਨੂੰ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਬੜੀ ਮਿਹਨਤ ਕੀਤੀ ਲੱਗਦੀ ਹੈ ਉਸ ਫਿਲਮ 'ਚ ਉਸਨੇ, ਜਿਸ ਤਰ੍ਹਾਂ ਉਹ ਉਹਦੇ 'ਚ ਦੌੜਦਾ ਹੈ, ਬਾਡੀ ਦਿਖਾਉਂਦਾ ਹੈ, ਜਾਂ ਜਿਸ ਉਹਦੀ ਆਵਾਜ਼ ਹੈ ਇੱਕ ਫੌਜੀ ਵੱਲੋਂ ਜਿਸ ਤਰ੍ਹਾਂ ਉਹ ਉੱਥੇ ਪੇਸ਼ ਹੁੰਦਾ ਹੈ, ਸੱਚਮੁੱਚ ਉਹਦੀ ਅਦਾਕਾਰੀ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰ ਗਈ ਸੀ। ਤੋਂ ਪਦਮ ਸ਼੍ਰੀ ਵੀ ਮਿਲਿਆ ਸੀ ਉਸਨੂੰ, 11 ਦੇ ਵਿੱਚ ਪਦਮ ਸ਼੍ਰੀ ਮਿਲਿਆ, ਤੇ ਕੈਂਸਰ ਨਾਲ ਲੜ ਰਿਹਾ ਸੀ। ਤਾਂ ਲੜਦਾ ਬੜੀਆਂ ਗੱਲਾਂ ਉਸਨੇ ਕੀਤੀਆਂ, ਡਾਇਰੀ ਦੇ ਪੰਨੇ ਵੀ ਲਿਖੇ, ਅੱਜ ਦੁਨੀਆ ਦੇ ਵਿੱਚ ਵਾਇਰਲ ਹੋ ਰਹੇ ਨੇ ਅਲੱਗ-ਅਲੱਗ ਭਾਸ਼ਾਵਾਂ 'ਚ ਉਸਨੂੰ ਜਿਹੜਾ ਟਰਾਂਸਲੇਟ ਕਰਕੇ। ਪਰ ਗੱਲ ਬੜੀ ਸਪਸ਼ਟ ਹੈ ਕਿ ਇੱਕ ਵਧੀਆ ਕਲਾਕਾਰ 54 ਸਾਲ ਦੀ ਉਮਰ 'ਚ ਕੈਂਸਰ ਦੇ ਨਾਲ ਚਲਿਆ ਗਿਆ, ਉਸਨੂੰ ਸ਼ਰਧਾਂਜਲੀ ਦੇਣੀ ਬਣਦੀ ਹੈ ਔਰ ਅਸੀਂ ਦੇ ਰਹੇ ਹਾਂ। ਇੱਕ ਹੋਰ ਖਬਰ ਹੈ ਜਿਹਦੇ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਉਹ ਵੀ ਵੱਡਾ ਕਲਾਕਾਰ ਹੈ, ਉਹ ਵੀ ਕੈਂਸਰ ਨਾਲ ਪੀੜਤ ਹੈ। ਅੱਜ ਕੱਲ੍ਹ ਉਸਦੀ ਸਿਹਤ ਵੀ ਠੀਕ ਨਹੀਂ। ਉਸਦੇ ਵਿੱਚ ਹੈ ਰਿਸ਼ੀ ਕਪੂਰ। ਰਿਸ਼ੀ ਕਪੂਰ ਨੇ ਇਲਾਜ ਤਾਂ ਇਹਦੇ ਵਾਂਗ ਕਰਾਇਆ, ਅਮਰੀਕਾ 'ਚ ਜਾ ਕੇ ਕਰਾਇਆ, ਲੇਕਿਨ ਪਿਛਲੇ ਦਿਨਾਂ ਤੋਂ ਰਿਸ਼ੀ ਕਪੂਰ ਦੀ ਹਾਲਤ ਠੀਕ ਨਹੀਂ। ਕੈਂਸਰ ਨਾਲ ਪੀੜਤ ਰਿਸ਼ੀ ਕਪੂਰ ਵੀ ਬਹੁਤ ਗੰਭੀਰ ਹਾਲਤ ਦੇ ਵਿੱਚ ਹੈ। ਅਰਦਾਸ ਕਰੀਏ ਕਿ ਇਹ ਕਲਾਕਾਰ ਘੱਟੋ ਘੱਟ ਇੱਕ ਚਲਿਆ ਗਿਆ, ਇਹ ਕਲਾਕਾਰ ਸਾਡੇ ਕੋਲ ਬਚਿਆ ਰਹੇ। ਪਿਆਰੇ ਦਰਸ਼ਕੋ, ਆਈਏ ਹੁਣ ਕਰੋਨਾ ਨਾਲ ਸੰਬੰਧਿਤ ਕੁਝ ਖਬਰਾਂ ਦੀ ਗੱਲ ਕਰ ਲਈਏ। ਦੇਖੋ, ਗੱਲ ਇਹ ਹੈ ਕਿ ਵੱਡੇ ਮਸਲੇ ਨੇ ਦੇਸ਼ ਸਾਹਮਣੇ। ਸਭ ਤੋਂ ਵੱਡਾ ਮਸਲਾ ਤਾਂ ਆਰਥਿਕਤਾ ਦਾ। ਲਾਕਡਾਊਨ ਤੋਂ ਬਾਅਦ ਜਿਸ ਤਰ੍ਹਾਂ ਆਰਥਿਕਤਾ ਹਿੱਲੀ ਹੋਈ ਹੈ, ਇਹ ਸਭ ਨੂੰ ਪਤਾ ਹੈ, ਲੇਕਿਨ ਹੋਰ ਵੀ ਵੱਡੇ ਮਸਲੇ ਨੇ। ਉਹਨਾਂ 'ਚ ਇੱਕ ਮਸਲਾ ਪ੍ਰਵਾਸੀਆਂ ਦਾ ਹੈ।
ਪ੍ਰਵਾਸੀ ਕੱਲੇ ਉਹ ਨਹੀਂ, ਉਹ ਲੋਕ ਵੀ, ਪ੍ਰਵਾਸੀ ਦਾ ਮਤਲਬ ਅਸੀਂ ਲੈਂਦੇ ਹਾਂ ਕਿ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਜਾ ਕੇ ਮਿਹਨਤ ਮਜ਼ਦੂਰੀ ਕਰਨ ਲਈ ਵਸ ਗਏ ਨੇ। ਜਿਵੇਂ ਮਹਾਰਾਸ਼ਟਰ ਦੇ ਵਿੱਚ ਇਹ ਕਿਹਾ ਜਾਂਦਾ ਹੈ, ਜਾਂ ਇਹ ਜਿਹੜੀ ਸੈਂਸਸ 11 ਦੱਸਦੀ ਹੈ, 90 ਲੱਖ ਤੋਂ ਵੱਧ ਲੋਕ ਮਹਾਰਾਸ਼ਟਰ ਚ ਨੇ। ਇਹੀ ਸੈਂਸਸ, ਇਹੀ ਮਰਦਮਸ਼ੁਮਾਰੀ ਦੱਸਦੀ ਹੈ ਕਿ 25 ਲੱਖ ਲੋਕ ਯੂਪੀ, ਬਿਹਾਰ, ਝਾਰਖੰਡ ਆਦਿ ਸਟੇਟਾਂ ਤੋਂ ਪੰਜਾਬ ਚ ਆਏ ਨੇ। ਤੇ ਇਹ ਲੋਕ 25 ਲੱਖ ਤੱਕ, 11 ਦੀ ਗੱਲ ਕਰ ਰਿਹਾ ਮੈਂ, ਹੁਣ ਗਿਣਤੀ ਵੱਧ ਗਈ ਹੋਏਗੀ। ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਲਾਕਡਾਊਨ ਕਾਰਨ ਨਹੀਂ ਜਾ ਸਕੇ, ਤਾਂ ਉਹਨਾਂ ਨੇ ਕਿਵੇਂ ਉਹਨਾਂ ਨੂੰ ਮੂਲ ਜਿਹੜੇ ਸੂਬੇ ਨੇ ਉੱਥੇ ਜਾਣ, ਇਹ ਇੱਕ ਮੰਗ ਉੱਠ ਰਹੀ ਸੀ। ਤੇ ਦੂਜੀ ਵਿਦਿਆਰਥੀ, ਤੀਜੀ ਕੁਛ ਜਿਹੜੇ ਲੋਕ ਵੈਸੇ ਘੁੰਮਣ ਫਿਰਨ ਗਏ ਨੇ, ਜਿਵੇਂ ਸਾਡੇ ਗੋਆ ਚਲੇ ਜਾਂਦੇ ਨੇ ਟੂਰਿਸਟ। ਤੋਂ ਇਸ ਤਰੀਕੇ ਨਾਲ ਕਈ ਰਿਸ਼ਤੇਦਾਰਾਂ ਨੂੰ ਮਿਲਣ ਫਸੇ ਹੋਏ ਨੇ। ਇਹ ਸਾਰਿਆਂ ਲਈ ਹੁਣ ਸਰਕਾਰ ਨੇ ਥੋੜੀ ਜਿਹੀ ਰਾਹਤ ਦਿੱਤੀ ਹੈ, ਥੋੜੀ ਜਿਹੀ ਸ਼ਰਤਾਂ ਸਮੇਤ ਰਾਹਤ ਦਿੱਤੀ ਹੈ ਕਿ ਇਹ ਜਾ ਸਕਦੇ ਨੇ, ਇਹ ਸੈਲਾਨੀ ਜਾ ਸਕਦੇ ਨੇ, ਇਹ ਪ੍ਰਵਾਸੀ ਜਾ ਸਕਦੇ ਨੇ, ਪਰ ਬੱਸਾਂ ਦੇ ਵਿੱਚ ਜਾ ਸਕਦੇ ਨੇ। ਬੱਸਾਂ ਵੀ ਉਸ ਤਰ੍ਹਾਂ ਕਿ ਪਹਿਲਾਂ ਮੈਡੀਕਲ ਕਰਾਉਣਾ ਹੀ ਲਾਈਆਂ ਨੇ। ਜਿਹੜਾ ਸਰਕਾਰ ਦਾ ਜਿਹੜਾ ਕੇਂਦਰੀ ਗ੍ਰਹਿ ਸਕੱਤਰ ਹੈ ਅਜੇ ਭੱਲਾ, ਉਸਨੇ ਸਪਸ਼ਟ ਕਰਤਾ ਕਿ ਸ਼ਰਤਾਂ ਇਹ ਨੇ ਕਿ ਬੱਸਾਂ ਹੋਣਗੀਆਂ, ਸੈਨੀਟਾਈਜ਼ ਕਰਕੇ ਬੱਸਾਂ 'ਚ ਬਿਠਾਵਾਂਗੇ, ਬੰਦਿਆਂ ਦਾ ਮੈਡੀਕਲ ਹੋਏਗਾ, ਤੇ ਜਿਹੜੇ ਬੰਦੇ ਜਾਣ ਯੋਗ ਹੋਣਗੇ ਉਹਨਾਂ ਨੂੰ ਦੇਵਾਂਗੇ ਆਗਿਆ, ਉਹ ਜਾ ਸਕਣਗੇ। ਔਰ ਫਿਰ ਹਰ ਇੱਕ ਸਟੇਟ ਦੇ ਵਿੱਚ ਇੱਕ ਨੋਡਲ ਅਫਸਰ ਹੋਏਗਾ, ਔਰ ਹਰ ਸਟੇਟ ਦੀ ਆਗਿਆ ਲੈਣੀ ਪਏਗੀ, ਤਾਂ ਫਿਰ ਉਹ ਜਾ ਸਕਣਗੇ। ਇਸ ਕਿਸਮ ਦੀਆਂ ਸ਼ਰਤਾਂ ਲਾਈਆਂ ਨੇ। ਪਰ ਚਲੋ ਸ਼ਰਤਾਂ ਨਾਲ ਹੀ ਸਹੀ, ਗੱਲ ਤਾਂ ਸ਼ੁਰੂ ਹੋਈ ਹੈ, ਪਰ ਕਿਵੇਂ ਕਾਮਯਾਬ ਹੁੰਦੀ ਹੈ, ਕਿੱਥੋਂ ਬੱਸਾਂ ਚੱਲਣੀਆਂ ਨੇ, ਬੱਸਾਂ ਸਟੇਟ ਨੇ ਭੇਜਣੀਆਂ ਨੇ ਜਾਂ ਬੱਸਾਂ ਆਪਣੇ ਆਪ ਆਉਣੀਆਂ ਨੇ, ਇਹ ਹਾਲੇ ਇਹਦਾ ਫੈਸਲਾ ਨਹੀਂ, ਇਹ ਕਿਤੇ ਵੀ ਕਲੀਅਰ ਨਹੀਂ ਕੀਤਾ ਭੱਲਾ ਸਾਹਿਬ ਨੇ ਕਿ ਇਸ ਤਰ੍ਹਾਂ ਵੀ ਹੋਣਾ ਹੈ। ਸੋ ਦੇਖਦੇ ਹਾਂ, ਪਰ ਇੱਕ ਰਾਹਤ ਵਾਲੀ ਗੱਲ ਜ਼ਰੂਰ ਮੈਂ ਕਹਿ ਸਕਦਾ ਕਿ ਇੱਕ ਰਾਹਤ ਜ਼ਰੂਰ ਅਸੀਂ ਇਸ ਨੂੰ ਮੰਨ ਸਕਦੇ ਹਾਂ। ਤੇ ਰਾਹਤ ਇੱਕ ਪੰਜਾਬ ਦੇ ਵਿੱਚ ਵੀ ਦਿੱਤੀ ਹੈ ਕੈਪਟਨ ਸਾਹਿਬ ਨੇ। ਕੀ ਰਾਹਤ ਦਿੱਤੀ ਹੈ? ਕਹਿੰਦੇ ਜੀ ਜਿਹੜਾ ਕਰਫਿਊ ਹੈ ਉਹ ਤਾਂ ਵਧਾਤਾ, 17 ਮਈ ਤੱਕ ਕਰਤਾ। 3 ਮਈ ਤੱਕ ਸੀ, ਹੁਣ 17 ਮਈ ਤੱਕ ਕਰਫਿਊ ਦੀ ਵਧਾ ਦਿੱਤੀ ਗਈ ਹੈ ਮਿਆਦ। ਇਹ ਵੀ 17 ਨੂੰ ਖਤਮ ਹੋਣਾ ਜਾਂ ਨਹੀਂ ਹੋਣਾ, ਇਹ ਵੀ ਰਿਵਿਊ ਕਰਾਂਗੇ, ਫੈਸਲਾ ਬਾਅਦ ਚ ਹੋਏਗਾ, ਇਹ ਸਪਸ਼ਟ ਕਰ ਦਿੱਤਾ ਗਿਆ। ਤੇ ਦੂਜੇ ਪਾਸੇ ਉਹਨਾਂ ਨੇ ਢਿੱਲ ਦੇਣ ਦੀ ਗੱਲ ਕੀਤੀ ਹੈ, ਉਹ ਵੀ ਅੱਜ ਨੂੰ। ਕੀ ਢਿੱਲ? ਕਿ ਸਵੇਰੇ 7 ਤੋਂ 11 ਵਜੇ ਤੱਕ ਕਰਫਿਊ ਦੇ ਵਿੱਚ ਢਿੱਲ ਦਿੱਤੀ ਜਾਏਗੀ। ਉੱਥੇ ਵੀ ਸ਼ਰਤਾਂ ਨੇ ਕਿ ਜਿੱਥੇ ਜਿਹਨੇ ਜਾਣਾ ਹੈ ਉਸ ਢਿੱਲ ਦੇ ਦੌਰਾਨ, ਉਹ ਜਿਹੜੀਆਂ ਦੁਕਾਨਾਂ ਖੁੱਲਣੀਆਂ ਨੇ, ਉਹ ਦੁਕਾਨਾਂ ਦਾ ਜਿਹੜਾ ਸਟਾਫ ਹੈ ਅੱਧਾ ਹੋਏ। ਮਤਲਬ ਜੇ ਇੱਕ ਦੁਕਾਨ ਤੇ 4 ਬੰਦੇ ਕੰਮ ਕਰਦੇ ਨੇ ਤਾਂ 2 ਬੰਦੇ ਤੁਸੀਂ ਲੈ ਕੇ ਆਓਗੇ। ਤੇ ਦੁਕਾਨਾਂ ਵੀ ਰੋਟੇਸ਼ਨ ਨਾਲ ਖੁੱਲਣੀਆਂ ਨੇ। ਮੰਨ ਲਓ ਰੋਟੇਸ਼ਨ ਦਾ ਮਤਲਬ ਕੀ ਹੈ ਕਿ ਇੱਕ ਏਰੀਆ ਦੇ ਵਿੱਚ 4 ਜਿਹੜੀਆਂ ਕਰਿਆਨੇ ਦੀਆਂ ਦੁਕਾਨਾਂ ਨੇ ਤਾਂ ਉਹ ਵਾਰੀ-ਵਾਰੀ ਖੁੱਲਣਗੀਆਂ। ਜੇ ਮੈਡੀਕਲ ਸਟੋਰ ਨੇ ਵਾਰੀ-ਵਾਰ ਖੁੱਲਣਗੇ। ਇਹਦਾ ਫੈਸਲਾ ਕੌਣ ਕਰੇਗਾ? ਇਹਦਾ ਫੈਸਲਾ ਡੀਸੀ ਕਰਨਗੇ। ਜ਼ਿਲ੍ਹੇ ਦੇ ਡੀਸੀ ਨੇ ਦੇਖਣਾ ਹੈ ਕਿਹੜੀ ਦੁਕਾਨ ਕਦੋਂ ਖੁੱਲਣੀ ਹੈ, ਉਹ ਜਾਰੀ ਸੂਚੀ। ਤੇ ਨਾਲ ਇੱਕ ਗੱਲ ਹੋਰ ਵੀ ਦੱਸਦੀ ਹੈ, ਬੜੇ ਸਵਾਲ ਆਉਂਦੇ ਨੇ ਕਿ ਜੀ ਸਾਰੀਆਂ ਦੁਕਾਨਾਂ ਖੁੱਲਣਗੀਆਂ? ਨਹੀਂ ਭਾਈ, ਸਾਰੀਆਂ ਦੁਕਾਨਾਂ ਨਹੀਂ ਖੁੱਲਣਗੀਆਂ। ਤਾਂ ਫਿਰ ਕੀ ਖੁੱਲੂਗਾ? ਖੁੱਲੂਗਾ ਕਿ ਜਿਹੜੇ ਛੋਟੇ ਸਟੋਰ ਨੇ, ਸਿੰਗਲ ਸਟੋਰ ਨੇ, ਮੁਹੱਲਿਆਂ ਵਾਲੇ ਸਟੋਰ ਨੇ, ਉਹ ਖੁੱਲਣੇ ਨੇ। ਦੁਕਾਨਾਂ ਸਾਰੀਆਂ ਉਹਨਾਂ ਦੇ ਚ ਵੀ ਅੱਗੇ ਜੇ ਤੁਸੀਂ ਕਹੋ ਕਿ ਨਾਈ ਦੀ ਦੁਕਾਨ ਖੁੱਲੀ, ਨਹੀਂ, ਸਾਨੂੰ ਖੁੱਲਣੇ। ਹਜਾਮਤ ਉੱਥੇ ਨਹੀਂ ਜਾ ਕੇ ਕਰਾ ਸਕੋਗੇ। ਤੁਹਾਨੂੰ ਪਤਾ ਹੈ ਕਿ ਇੱਕੋ ਨਾਈ ਦੇ ਕੱਪੜੇ ਦੇ ਕਾਰਨ 6 ਬੰਦੇ ਪੋਜ਼ਿਟਿਵ ਨਿਕਲੇ ਸੀ ਯੂਪੀ ਚ, ਤੇ ਸਰਕਾਰ ਉਹ ਨਹੀਂ ਕਰਦੀ। ਸ਼ਾਇਦ ਜਿਮ ਵੀ ਨਹੀਂ ਖੁੱਲਣਗੇ। ਤਾਂ ਇਹ ਜਿਹੜਾ ਫਿਰ ਉਹਨਾਂ ਨੇ ਸ਼ਾਪਿੰਗ ਮਾਲ, ਵੱਡੇ ਮਾਲ ਜਿਹੜੇ ਹੁੰਦੇ ਨੇ, ਉਹ ਨਹੀਂ ਖੁੱਲਣਗੇ। ਤਾਂ ਇਹਦਾ ਮਤਲਬ ਕਿ ਸ਼ਰਤਾਂ ਇੱਧਰ ਵੀ ਉਹੀ ਨੇ। ਹਾਲੇ ਇੱਕ ਵੱਡੀ ਸ਼ਰਤ ਮੈਂ ਤੁਹਾਨੂੰ ਦੱਸਣੀ ਹੈ, ਉਹ ਇਹ ਹੈ, ਰੈੱਡ ਜ਼ੋਨ ਚ ਦੁਕਾਨਾਂ ਜਾਂ ਕਰਫਿਊ ਦੀ ਢਿੱਲ ਨਹੀਂ ਹੋਏਗੀ। ਹੁਣ ਤੁਸੀਂ ਕਹੋਗੇ ਰੈੱਡ ਜ਼ੋਨ, ਉਹ ਪੰਜਾਬ ਦੇ ਉਹ ਜ਼ਿਲ੍ਹੇ 'ਚ ਲਗਾਤਾਰ ਕੇਸਾਂ ਦੀ ਗਿਣਤੀ ਫਸਟ ਵੀ ਆ ਗਿਆ। ਹੁਣ ਜਿਹੜੇ ਲੁਧਿਆਣਾ, ਪਟਿਆਲਾ, ਜਲੰਧਰ,
ਮੋਹਾਲੀ, ਇਹ 4 ਜ਼ਿਲ੍ਹੇ ਨੇ। ਇੱਥੇ ਦੀ ਦੁਕਾਨਾਂ ਖੁੱਲਣਗੀਆਂ। ਜਿੱਥੇ ਜਿੱਥੇ ਰੈੱਡ ਜਗ੍ਹਾ ਦੁਕਾਨਾਂ ਨਹੀਂ ਖੁੱਲਣਗੀਆਂ, ਜਿਹੜੇ ਜਿਹੜੇ ਰੈੱਡ ਜ਼ੋਨ ਤੋਂ ਗ੍ਰੀਨ ਜ਼ੋਨ ਚ ਆ ਜਾਣ ਤੇ ਦੁਕਾਨਾਂ ਵੀ ਖੁੱਲਣਗੀਆਂ। 4 ਘੰਟੇ ਦੀ ਢਿੱਲ ਵੀ ਦਿੱਤੀ। ਇੱਕ ਗੱਲ ਦਰਸ਼ਕੋ ਇਹ ਜ਼ਰੂਰ ਮੰਨ ਲਓ ਕਿ ਕੈਪਟਨ ਸਾਹਿਬ ਨੇ ਜਿਹੜੇ ਸੰਕੇਤ ਦਿੱਤੇ ਨੇ ਉਹ ਸਮਝ ਲਈਏ। ਉਹ ਸੰਕੇਤ ਲੱਗਦਾ ਇਹ ਹੈ ਕਿ ਸਤੰਬਰ ਤੱਕ ਕਿਉਂ ਨਹੀਂ ਚੱਲੂਗਾ। ਕੁਛ ਹੋਰ ਤਾਂ ਕੁਛ ਥੋੜੇ ਹੱਥ ਦੇਤੀ, ਥੋੜੀ ਹੋਰ ਰਾਹਤ ਦੇਤੀ, ਇੱਕੋ ਦਮ ਨਹੀਂ ਰਾਹਤ ਦਿੱਤੀ। ਔਰ ਇਹ ਸਤੰਬਰ ਤੱਕ ਕੰਮ ਚੱਲਣਾ ਹੈ, ਇਹ ਆਪਾਂ ਦੇਖ ਲਈਏ। ਸੋ ਵੱਡੀਆਂ ਦੁਕਾਨਾਂ, ਇੱਕ ਸ਼ਾਪਿੰਗ ਮਾਲ ਨਹੀਂ ਖੁੱਲ੍ਹੇ, ਸੈਲੂਨ ਨਹੀਂ ਖੁੱਲ੍ਹੇ, ਛੋਟੀਆਂ ਦੁਕਾਨਾਂ ਖੁੱਲ੍ਹੀਆਂ ਨੇ। ਬ੍ਰਾਂਡਡ ਦੁਕਾਨਾਂ ਹੋਰ ਕੋਈ ਕੀ ਜਿਹੜੇ ਚੱਲਦੇ ਨੇ ਉਹਦੇ ਚ ਨਹੀਂ ਆਉਣਗੀਆਂ। ਇਹ ਸੋਚ ਕੇ ਆਪਾਂ ਲਈਏ ਤਾਂ ਹੁਣ ਇੰਨੀ ਕੁ ਜਿਹੜੀ ਰਾਹਤ ਦੇ ਵਿੱਚ ਕੈਪਟਨ ਸਾਹਿਬ ਦਿੱਤਾ। ਇਹਦਾ ਮਤਲਬ ਇਹ ਨਹੀਂ ਕਿ ਜੇ ਤੁਸੀਂ 11 ਵਜੇ ਤੱਕ ਤੇ ਆਪਣੇ ਦੋਸਤਾਂ ਨੂੰ ਮਿਲੋ, ਜਾ ਕੇ ਰਿਸ਼ਤੇਦਾਰਾਂ ਨੂੰ ਮਿਲੋ, ਨਹੀਂ। ਇਹ ਤੁਹਾਨੂੰ ਸਿਰਫ ਇੰਨੀ ਕੁ ਖੁੱਲ੍ਹ ਦਿੱਤੀ ਗਈ ਹੈ ਕਿ ਤੁਸੀਂ ਜਾਓ ਤੇ ਜਾ ਕੇ ਤੁਸੀਂ ਆਪਣਾ ਸਮਾਨ ਖਰੀਦ ਸਕਦੇ ਹੋ। ਇਹ ਕੈਪਟਨ ਸਾਹਿਬ ਨੇ ਕਿਹਾ। ਸਕੂਲ, ਕਾਲਜ, ਯੂਨੀਵਰਸਿਟੀਆਂ ਇਹ ਬੰਦ ਰਹਿਣਗੇ। ਇਹ ਵੀ ਜਿਹੜਾ ਪੁੱਛਿਆ ਜਾਂਦਾ ਬਾਰ-ਬਾਰ, ਉਹ ਨਹੀਂ ਖੁੱਲਣਗੇ। ਸੋ ਕੈਪਟਨ ਸਾਹਿਬ ਨੇ ਇੰਨੀ ਕੁ ਰਾਹਤ ਦਿੱਤੀ ਹੈ। ਕੈਪਟਨ ਸਾਹਿਬ ਤਾਂ ਕੰਮ ਕਰ ਰਹੇ ਨੇ, ਪਰ ਕੱਲ ਸੁਖਬੀਰ ਸਿੰਘ ਬਾਦਲ ਹੋਰੀ ਕੱਲ ਬੋਲੇ ਔਰ ਤਿੱਖਾ ਬੋਲੇ, ਕਾਫੀ ਤਿੱਖਾ ਬੋਲੇ। ਔਰ ਬੋਲੇ ਵੀ ਆਪਣੇ ਚੈਨਲ ਤੇ ਨਹੀਂ, ਆਪਣੇ ਚੈਨਲ ਤੇ ਤਾਂ ਹਰ ਰੋਜ਼ ਹੀ ਬੋਲੀ ਜਾਂਦੇ ਨੇ ਉਹ, ਲੇਕਿਨ ਕੱਲ ਹੋਰ ਚੈਨਲ ਤੇ, ਉਸ ਚੈਨਲ ਤੇ ਜਿੱਥੇ ਜ਼ਿਆਦਾ ਕਾਂਗਰਸ ਦੇ ਬੰਦੇ ਬੋਲਦੇ ਨੇ, ਤੇ ਇੱਥੇ ਉਹ ਬੋਲੇ। ਕੀ ਕਿਹਾ? ਬੜਾ ਸਿੱਧੇ ਇਲਜ਼ਾਮ ਹੀ ਲਾਏ। ਕੀ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ? ਉਹ ਕਹਿੰਦੇ ਕੈਪਟਨ ਸਾਹਿਬ ਤੁਸੀਂ ਆਪਦੇ ਫਾਰਮ ਤੋਂ ਬਾਹਰ ਆਓ। ਕਿਉਂ ਤੁਸੀਂ ਆਪਦੇ ਦਫ਼ਤਰ ਜਿਹੜੇ ਤੁਹਾਡੇ ਅਫਸਰ ਨੇ ਉਹਨਾਂ ਤੇ ਡਿਪੈਂਡ ਕਰਦੇ ਹੋ? ਤੁਹਾਨੂੰ ਆਪ ਤਾਂ ਕੁਛ ਨਹੀਂ ਪਤਾ। ਇਹ ਉਹਨਾਂ ਨੇ ਕਿਹਾ। ਉਹ ਕਹਿੰਦੇ ਫਾਰਮ ਹਾਊਸ ਤੋਂ ਕਦੇ ਨਿਕਲ ਵੀ ਆਓ। ਤੇ ਨਾਲ ਉਹਨਾਂ ਨੇ ਇੱਕ ਹੋਰ ਕਿਹਾ, ਉਹਦੇ ਚ ਕਿਤੇ ਨਾ ਕਿਤੇ ਇਹ ਗੱਲ ਟੂਲ ਫੜ ਸਕਦੀ ਹੈ ਕਿ ਜਿਹੜਾ ਤੁਸੀਂ ਕਿਹਾ ਨਾ 1 ਮਈ ਨੂੰ ਤਿਰੰਗਾ ਲਹਿਰਾਓ, ਕਦੇ ਨੈਸ਼ਨਲ ਫਲੈਗ ਨੂੰ ਵੀ ਜਿਹੜਾ ਹੈ ਪ੍ਰੋਟੈਸਟ ਦਾ ਸਿੰਬਲ ਬਣਾਈਦਾ। ਤੁਸੀਂ ਇਸ ਤਰ੍ਹਾਂ ਨਾ ਕਰੋ। ਇਹ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਤੁਸੀਂ ਸੋਨੀਆ ਗਾਂਧੀ ਨੂੰ ਜਾਂ ਗਾਂਧੀ ਪਰਿਵਾਰ ਨੂੰ ਜਿਹੜਾ ਖੁਸ਼ ਕਰ ਰਹੇ ਹੋ, ਉਹ ਚੰਗੀ ਗੱਲ ਨਹੀਂ। ਤੇ ਨਾਲ ਉਹਨਾਂ ਨੇ ਇੱਕ ਹੋਰ ਵੱਡਾ ਇਲਜ਼ਾਮ ਲਾਇਆ ਜੀ, ਇਹ ਕਈ ਪਾਸੋਂ ਲੱਗ ਰਿਹਾ ਕਿ ਤੁਸੀਂ ਕਰਫਿਊ ਤਾਂ ਲਾਤਾ, ਲੇਕਿਨ ਆਪਦੇ ਚਹੇਤਿਆਂ ਨੂੰ 3 ਲੱਖ ਪਾਸ ਜਾਰੀ ਕਰਤੇ। ਤੇ ਉਹ ਜਿਹੜੇ ਪਾਸ ਜਾਰੀ ਕਰ ਰਹੇ ਨੇ, ਜਿਨ੍ਹਾਂ ਨੂੰ ਕੀਤੇ, ਉਹਨਾਂ ਚੋਂ ਬਹੁਤ ਸਾਰੇ ਡਰੱਗਸ ਦੀ ਤੇ ਸ਼ਰਾਬ ਦੀ ਤਸਕਰੀ ਕਰ ਰਹੇ ਨੇ। ਇਹ ਜਿਹਾ ਇਲਜ਼ਾਮ ਲਾਇਆ ਉਹਨਾਂ ਨੇ ਕਿ ਸ਼ਰਾਬ ਦੀ ਹੋਮ ਡਿਲੀਵਰੀ ਕਰ ਰਹੇ ਨੇ ਲੋਕ। ਕਿਉਂ ਬਾਰ-ਬਾਰ ਤੁਸੀਂ ਕਿਉਂ ਕਹਿੰਦੇ ਠੇਕੇ ਖੋਲਣੇ ਨੇ? ਕਿਉਂਕਿ ਕਾਂਗਰਸੀ ਐਮਐਲਏ ਦੇ ਠੇਕੇ ਨੇ। ਇਹ ਸੁਖਬੀਰ ਸਿੰਘ ਬਾਦਲ ਕਹਿ ਰਿਹਾ। ਤੇ ਸੁਖਬੀਰ ਸਿੰਘ ਬਾਦਲ ਨੇ ਹੋਰ ਵੀ ਬੜੇ ਜਿਹੜੇ ਗੱਲਾਂ ਕੀਤੀਆਂ। ਅਸਲ ਹੀਰੋ ਤਾਂ ਉਹ ਕਹਿੰਦੇ ਉਹ ਲੋਕ ਨੇ ਜਿਹੜੇ ਲੜ ਰਹੇ ਨੇ। ਇਹ ਕੈਪਟਨ ਸਾਹਿਬ ਜਿਹੜੇ ਨਾ ਕੇਂਦਰ ਦੇ ਨਾਲ ਲੜਨ, ਕੇਂਦਰ ਨਾਲ ਲੜਨ ਦੀ ਬਜਾਏ ਕਰੋਨਾ ਨਾਲ ਲੜਨ। ਤੇ ਕੱਲ ਤਾਂ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਦੇਖਣ ਵਾਲੇ ਸੀ ਤੌਰ ਤਰੀਕੇ ਤੇ ਉਹਨਾਂ ਦੀ ਲੈਂਗੁਏਜ, ਤੇ ਕੈਪਟਨ ਸਾਹਿਬ ਨੂੰ ਉਸ ਤਰ੍ਹਾਂ ਪੈ ਰਹੇ ਸੀ ਜਿਵੇਂ ਅਕਸਰ ਨਾਰਮਲ ਹਾਲਤ, ਸੰਕਟ ਦਾ ਸਮੇਂ ਨਾਰਮਲ ਹਾਲਤ 'ਚ ਇੱਕ ਦੂਜੇ ਤੇ ਅਟੈਕ ਕਰਦੇ ਨੇ। ਭਾਵੇਂ ਕਿ ਲੋਕ ਕਹਿੰਦੇ ਨੇ ਕਿ ਇਹ ਮੈਚ ਫਿਕਸਿੰਗ ਹੁੰਦਾ, ਲੇਕਿਨ ਬਾਦਲ ਨੇ ਜਿਹੜੀ ਕੱਲ ਕੈਪਟਨ ਤੇ ਇਲਜ਼ਾਮ ਲਾਏ ਨੇ, ਕੈਪਟਨ ਸਾਹਿਬ ਇਹਨਾਂ ਨੂੰ ਬਾਹਰ ਆ ਕੇ ਜਾਂ ਇਹਨਾਂ ਬਾਰੇ ਸੋਚਣ ਦੀ ਲੋੜ ਹੈ। ਸੁਖਬੀਰ ਸਿੰਘ ਬਾਦਲ ਦੇ ਤੌਰ ਤਰੀਕੇ ਕੱਲ ਜਦੋਂ ਦੇਖਣ ਵਾਲੇ ਸੀ, ਉਹਨਾਂ ਦੀ ਬਾਡੀ ਲੈਂਗੁਏਜ ਦੇਖਣ ਵਾਲੇ ਸੀ ਕਿ ਜਦੋਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲ ਰਹੇ ਸੀ ਔਰ ਸਿੱਧੇ ਅਟੈਕ ਕਰ ਰਹੇ ਸੀ ਤੇ ਨਾਲ ਸੁਜੈਸ਼ਨ ਵੀ ਦੇ ਰਹੇ ਸੀ। ਤੇ ਸੁਜੈਸ਼ਨ ਉਹਨਾਂ ਦਾ ਇੱਕ ਮੰਨਣ ਵਾਲਾ, ਉਹ ਸਭ ਨੇ ਦਿੱਤਾ ਕਿ ਟੈਸਟ ਕਰੋ, ਟੈਸਟਿੰਗ ਦੀ ਬਹੁਤ ਲੋੜ ਹੈ। ਕੈਪਟਨ ਸਾਹਿਬ ਇਹ ਗੱਲ ਸਾਰੇ ਕਹਿ ਰਹੇ ਨੇ। ਚਲੋ ਛੱਡੋ ਸੁਖਬੀਰ ਸਿੰਘ ਬਾਦਲ, ਮਨਮੋਹਨ ਸਿੰਘ ਹੋਰਾਂ ਨੇ ਵੀ ਕਿਹਾ ਵੀ ਟੈਸਟ ਦੀ ਲੋੜ ਹੈ। ਤੇ ਤੁਸੀਂ ਜਿਹੜਾ ਇਹ ਕਿਹਾ ਕਿ ਕੇਂਦਰ ਨਾਲ ਹੋ ਸਕਦਾ, ਉਹਨਾਂ ਨੇ ਤਾਂ ਕੇਂਦਰ ਨੂੰ ਖੁਸ਼ ਕਰਨਾ ਹੈ, ਭਾਰਤੀ ਜਨਤਾ ਪਾਰਟੀ ਸਰਕਾਰ ਹੈ, ਵੀ ਕਰੋਨਾ ਨਾਲ ਲੜੋ, ਕੇਂਦਰ ਨਾਲ ਨਾ ਲੜੋ। ਸੁਖਬੀਰ ਸਿੰਘ ਬਾਦਲ ਦੀ ਇਹ ਗੱਲ ਤਾਂ ਨਹੀਂ ਮੈਂ ਕਹਿੰਦਾ, ਲੇਕਿਨ ਜਿਹੜੇ ਪਾਸ ਜਾਰੀ ਹੋਏ ਨੇ ਜਾਂ ਹੋ ਰਹੇ ਨੇ, ਇਹਨਾਂ ਤੇ ਜ਼ਰੂਰ ਮੈਂ ਟਿੱਪਣੀ ਕਰਦਾ ਕਿ ਪਾਸ ਜਦੋਂ ਸਿਫਾਰਸ਼ੀ ਪਾਸ ਹੁੰਦੇ ਨੇ ਨਾ, ਉਦੋਂ ਨੁਕਸਾਨ ਤਾਂ ਦੇਖੋ ਪੰਜਾਬ ਦਾ ਹੁੰਦਾ। ਤੇ ਵਿੱਚ 25,000 ਤੋਂ ਵੱਧ ਪਾਸ ਜਾਰੀ ਹੋਇਆ ਤਾਂ ਆਪਾਂ ਕੀ ਹੋ ਰਿਹਾ ਜਲੰਧਰ ਦੇ ਵਿੱਚ। ਖੈਰ ਸੁਖਬੀਰ ਸਿੰਘ ਬਾਦਲ ਨੇ ਇਹ ਇਸ਼ੂ ਨੂੰ ਕੱਲ ਉਠਾਇਆ ਔਰ ਉਹ ਵੀ ਜਿਹੜੇ ਨੇ ਉੱਚੇ ਵੱਡੇ ਦੇ ਵਿੱਚ ਉਠਾਇਆ। ਤੇ ਇਸ ਤੋਂ ਪਹਿਲਾਂ ਕਿ ਆਪਾਂ ਕੁਝ ਹੋਰ ਖਬਰਾਂ ਦੀ ਗੱਲ ਕਰੀਏ, ਇੱਕ ਜਿਹੜੀ ਮੇਨ ਖਬਰ ਹਰ ਰੋਜ਼ ਤੁਹਾਡਾ ਸਾਂਝੀ ਕਰਦੇ ਆ ਉਹ ਹੁੰਦੀ ਹੈ
ਅੰਕੜਾ ਕੀ ਕਹਿੰਦਾ ਹੈ, ਕਿੱਥੇ ਖੜਿਆ ਹੈ ਜਿਹੜਾ ਹੈ ਕਰੋਨਾ ਅੰਕੜਾ, ਇਹ ਵੀ ਸੁਣ ਲਓ। ਦੁਨੀਆ ਦੇ ਵਿੱਚ ਹੁਣ 32,19,424 ਕੇਸ ਨੇ ਕਰੋਨਾ ਦੇ। ਕੇਸ ਜਦੋਂ ਮੈਂ ਕਹਿੰਦਾ ਮਰੀਜ਼ ਨੇ, ਪੇਸ਼ੈਂਟ ਨੇ ਦਾ ਮਤਲਬ, ਤੇ 2,08,97 ਇਸ ਦੁਨੀਆ ਤੋਂ ਜਾ ਚੁੱਕੇ ਨੇ ਕਰੋਨਾ ਦੇ ਨਾਲ। ਲਗਾਤਾਰ ਮੌਤਾਂ ਹੋ ਰਹੀਆਂ ਨੇ ਤੇ 10 ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਨੇ ਕਰੋਨਾ ਦੇ ਨਾਲ। ਤੇ ਨਾਲ ਜੇ ਆਪਾਂ ਗੱਲ ਕਰੀਏ ਵੀ ਐਕਟਿਵ ਕੇਸ ਕਿੰਨੇ ਨੇ, 19,90,000, ਤਕਰੀਬਨ 20 ਲੱਖ ਕੇਸ ਉਹ ਨੇ ਜਿਨ੍ਹਾਂ ਨੂੰ ਐਕਟਿਵ ਕੇਸ ਕਹਿ ਸਕਦੇ ਹਾਂ। ਤੇ 69,811 ਕੇਸਾਂ ਦੀ ਗਿਣਤੀ ਦੱਸ ਰਹੀ ਹੈ ਕਿ ਲੋਕ ਗੰਭੀਰ ਨੇ, ਕ੍ਰਿਟੀਕਲ। ਤੇ ਜੇ ਅਸੀਂ ਜਿਹੜੇ ਜ਼ਿਆਦਾ ਪ੍ਰਭਾਵਿਤ ਦੇਸ਼ ਨੇ ਉਹਨਾਂ ਦੇ ਵਿੱਚ ਟੌਪ ਤੇ ਦੇਖੀਏ ਤਾਂ ਅਮਰੀਕਾ ਹੈ। 10,64,000 ਤੋਂ ਵੱਧ ਉੱਥੇ ਮਰੀਜ਼ ਨੇ ਤੇ 61,656 ਮੌਤਾਂ ਉੱਥੇ ਹੋ ਚੁੱਕੀਆਂ ਨੇ ਤੇ 8,55,000 ਤੋਂ ਵੱਧ ਲੋਕ ਇਕੱਲੇ ਅਮਰੀਕਾ ਦੇ ਵਿੱਚ ਐਕਟਿਵ ਨੇ। ਐਕਟਿਵ ਮੀਨਸ ਕਿ ਹਸਪਤਾਲਾਂ 'ਚ ਪਏ ਨੇ, ਐਕਟਿਵ ਕੇਸ ਨੇ। ਸਪੇਨ ਦੇ ਵਿੱਚ ਵੀ 2,36,000 ਤੋਂ ਵੱਧ ਮਰੀਜ਼ ਨੇ ਤੇ 24,250 ਨੇ। ਇਟਲੀ ਦੇ ਵਿੱਚ 2 ਲੱਖ ਤੋਂ ਵੱਧ ਜਿਹੜੇ ਪੇਸ਼ੈਂਟ ਨੇ, ਲੇਕਿਨ ਮੌਤਾਂ ਦੀ ਗਿਣਤੀ ਉੱਥੇ ਜ਼ਿਆਦਾ ਹੈ। ਉੱਥੇ 28,000 ਦੇ ਕਰੀਬ ਚੁੱਕੇ ਨੇ ਇਟਲੀ ਦੇ ਵਿੱਚ, ਛੋਟਾ ਜਿਹਾ ਕੰਟਰੀ, ਮੌਤਾਂ ਦੀ ਗਿਣਤੀ ਜ਼ਿਆਦਾ। ਫਰਾਂਸ ਦੇ ਵਿੱਚ 1,66,000 ਦੇ ਕਰੀਬ ਪੇਸ਼ੈਂਟ, ਤਕਰੀਬਨ 25,000 ਵੱਧ ਰਿਹਾ ਹੈ ਮੌਤਾਂ ਦਾ ਅੰਕੜਾ। ਬ੍ਰਿਟਾਨੀਆ ਦੇ ਵਿੱਚ, ਯੂਕੇ ਦੇ ਵਿੱਚ 1,65,000 ਹੋ ਗਈ ਹੈ ਮਰੀਜ਼ਾਂ ਦੀ ਗਿਣਤੀ ਤੇ 26,000 ਹੋ ਗਏ ਨੇ ਮੌਤਾਂ ਦੀ ਗਿਣਤੀ। ਜਰਮਨੀ ਬਚਿਆ ਹੋਇਆ 1,61,000 ਕੇਸ ਤਾਂ ਉੱਥੇ ਵੀ ਜ਼ਿਆਦਾ ਨੇ, ਲੇਕਿਨ ਉਹਨੂੰ ਕੰਟਰੋਲ ਕੀਤਾ ਹੋਇਆ। ਤਕਰੀਬਨ 6,500 ਬੰਦੇ ਹੀ ਮਰੇ ਨੇ ਉੱਥੇ। ਤੇ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ 51,000 ਹੋ ਗਿਆ ਉੱਥੇ ਅੰਕੜਾ, ਔਰ 2,996 ਮੌਤਾਂ ਹੋ ਚੁੱਕੀਆਂ ਨੇ। ਉਹ ਦੇਸ਼ ਜਿੱਥੇ ਸਾਡੇ ਮਜ਼ਦੂਰ ਵੱਸਦੇ ਨੇ, ਉੱਥੇ ਜੇ ਮਾੜੀ ਜਿਹੀ ਨਿਗਾਹ ਮਾਰ ਲਈਏ, ਸਾਊਦੀ ਅਰਬ 157 ਮੌਤਾਂ ਨੇ, ਸਿੰਗਾਪੁਰ 14 ਨੇ, ਕਤਰ ਦੇ ਵਿੱਚ 10 ਮੌਤਾਂ ਨੇ, ਬੰਗਲਾਦੇਸ਼ ਦੇ ਵਿੱਚ 163 ਨੇ, ਕੁਵੈਤ 24 ਨੇ, ਓਮਾਨ 'ਚ 10 ਨੇ। ਤੇ ਸਾਡੇ ਲੋਕ ਨਿਊਜ਼ੀਲੈਂਡ 'ਚ ਵੀ ਵੱਸਦੇ ਨੇ, ਉੱਥੇ 19 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਲੇਕਿਨ ਜਿਹੜਾ ਸਾਡਾ ਬਿਲਕੁਲ ਗੁਆਂਢੀ ਹੈ ਪਾਕਿਸਤਾਨ, 15,525 ਕੇਸ ਨੇ, 343 ਮੌਤਾਂ ਨੇ। ਤੇ ਉੱਥੇ ਇੱਕ MLA ਹੈ ਪਾਕਿਸਤਾਨ ਦੇ ਵਿੱਚ, ਸਿੰਧ ਦੇ ਵਿੱਚ, ਰਾਣਾ ਹਮੀਰ ਸਿੰਘ, ਜਿਹੜਾ ਹਿੰਦੂ MLA ਹੈ, ਉਹ ਵੀ ਪੋਜ਼ਿਟਿਵ ਹੋ ਗਿਆ ਉੱਥੇ। ਰਾਣਾ ਸਾਹਿਬ ਵੀ ਪੋਜ਼ਿਟਿਵ ਹੋ ਗਏ। ਇਹ ਵੀ ਖਬਰ ਹੈ ਪਾਕਿਸਤਾਨ ਦੀ। ਤੇ ਜੇ ਗੱਲ ਕਰਦੇ ਆਪਾਂ ਇੰਡੀਆ ਦੇ ਵਿੱਚ 33,931 ਮਰੀਜ਼ ਹੋ ਗਏ ਔਰ 1,079 ਮੌਤਾਂ ਹੋ ਚੁੱਕੀਆਂ। 8,437 ਲੋਕ ਜਿਹੜੇ ਨੇ ਉਹ ਐਕਟਿਵ ਨੇ ਤੇ 23,000 ਤੋਂ ਵੱਧ ਲੋਕ, 23,546 ਲੋਕ ਜਿਹੜੇ ਨੇ ਉਹ ਠੀਕ ਹੋਏ ਨੇ। ਤੇ ਮਹਾਰਾਸ਼ਟਰ ਸਭ ਤੋਂ ਅੱਗੇ ਹੈ, ਤੁਹਾਨੂੰ ਹਰ ਰੋਜ਼ ਦੱਸਦੇ ਆ। ਹੁਣ 10,000 ਦੇ ਨੇੜੇ ਜਾਣ ਵਾਲਾ ਹੈ ਮਹਾਰਾਸ਼ਟਰ ਦਾ ਅੰਕੜਾ। 432 ਮੌਤਾਂ ਉੱਥੇ ਹੋ ਚੁੱਕੀਆਂ ਨੇ। ਪਿਛਲੇ 24 ਘੰਟੇ 'ਚ 597 ਕੇਸ ਆਏ ਸੀ ਤੇ 32 ਲੋਕ ਮਰੇ ਮਹਾਰਾਸ਼ਟਰ 'ਚ। ਦੇਖੋ, ਕੱਲੇ ਹੀ ਜਿਹੜੇ 597 ਕੇਸਾਂ 'ਚੋਂ 495 ਕੱਲੇ ਮੁੰਬਈ ਦੇ ਸੀ। ਮੁੰਬਈ ਇੰਡੀਆ ਦਾ ਨਿਊਯਾਰਕ ਬਣਦਾ ਜਾ ਰਿਹਾ ਹੈ। 6,649 ਕੇਸ ਨੇ ਉੱਥੇ ਤੇ 270 ਮੌਤਾਂ ਹੋ ਚੁੱਕੀਆਂ ਨੇ। ਮੁੰਬਈ ਵਾਂਗ MP ਦਾ ਜਿਹੜਾ ਹੈ ਇੰਦੌਰ, ਇੱਥੇ 1,476 ਕੇਸ ਤੇ 65 ਮੌਤਾਂ ਹੋਈਆਂ। ਮੱਧ ਪ੍ਰਦੇਸ਼ ਦੇ ਵਿੱਚ 2,560 ਮੌਤਾਂ ਹੋ ਚੁੱਕੀਆਂ ਨੇ, ਕੇਸ ਆ ਚੁੱਕੇ ਨੇ। ਗੁਜਰਾਤ ਦੇ ਵਿੱਚ ਵੀ 4,000 ਤੋਂ ਵੱਧ ਕੇਸ ਨੇ ਤੇ 197 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੇਕਿਨ ਅਹਿਮਦਾਬਾਦ ਉੱਥੇ ਵੀ ਸੈਂਟਰ ਬਣਦਾ ਜਾ ਰਿਹਾ ਹੈ। ਅਹਿਮਦਾਬਾਦ 'ਚ 2,777 ਕੇਸ ਤੇ 137 ਮੌਤਾਂ। ਤੇ ਹੋਰ ਵੀ ਗੱਲ ਦੱਸੀ, ਜਿਹਨੇ ਰੋਕਣਾ ਹੁੰਦਾ, ਇਹ ਸਾਰੇ ਲੋਕਾਂ ਨੂੰ ਸਮਝਣ ਦੀ ਲੋੜ ਹੈ। ਹੁਣ ਕੇਰਲ ਹੈ, ਸਭ ਤੋਂ ਪਹਿਲਾਂ ਕੇਸ ਆਇਆ, ਲੇਕਿਨ ਨਾਲੇ ਕੇਸ ਉੱਥੇ 485 ਨੇ, ਔਰ ਜਿਵੇਂ ਉਹ ਰੋਕਦੇ ਨੇ
ਉਹ ਵੀ ਸਮਝਣ ਵਾਲੀ ਗੱਲ ਹੈ। ਕੱਲ ਜਿੱਥੋਂ ਰਾਹੁਲ ਗਾਂਧੀ ਜਿੱਤਿਆ ਵਾਇਨਾਡ ਦੇ ਵਿੱਚ, ਇੱਕ ਬੰਦਾ ਬਿਨਾਂ ਮਾਸਕ ਤੋਂ ਜਾ ਰਿਹਾ ਸੀ, ਉਹਨੂੰ 5000 ਰੁਪਏ ਜੁਰਮਾਨਾ ਕਰਤਾ। ਉਹ ਕਹਿੰਦਾ ਮੈਂ ਕੋਰਟ ਜਾਊਂਗਾ। ਤਾਂ ਕੋਰਟ ਜਾਓ, ਕੋਰਟ 'ਚ ਕੀ ਹੈ? ਜੇ ਬੰਦਾ ਕੋਰਟ 'ਚ ਸਿੱਧ ਨਹੀਂ ਕਰ ਸਕਦਾ ਕਿ ਮੈਂ ਮਾਸਕ ਪਾਇਆ ਹੋਇਆ ਸੀ, ਤੇ ਫਿਰ ਕੀ ਹੋਏਗਾ? ਉਹਨੂੰ 3 ਸਾਲ ਦੀ ਕੈਦ ਤੇ 10,000 ਰੁਪਏ ਜੁਰਮਾਨਾ ਹੋ, ਜਦ ਦੋਨੇ ਹੋ ਸਕਦਾ। ਇੰਨੀ ਸਖਤੀ ਹੈ। ਔਰ ਇੱਕ ਥਾਂ ਤੇ ਹੈਂਡ ਸੈਨੀਟਾਈਜ਼ਰ ਨਹੀਂ ਸੀ ਦੁਕਾਨ ਤੇ, ਹੱਥ ਨਹੀਂ ਸਾਫ਼ ਕਰ ਰਹੇ ਸੀ, ਉਹਨੂੰ ਵੀ ਜੁਰਮਾਨਾ ਕਰਤਾ। ਤੋ ਇਹ ਜਿਹੜਾ ਕੁਛ ਜਿਸ ਤਰੀਕੇ ਨਾਲ ਕੇਰਲ ਕਰ ਰਿਹਾ ਹੈ, ਇਹ ਜ਼ਿਆਦਾ ਠੀਕ ਹੈ। ਲੇਕਿਨ ਮੋਦੀ ਸਾਹਿਬ ਕਹਿੰਦੇ ਕਿ ਜਿਸ ਤਰੀਕੇ ਨਾਲ ਹਿਮਾਚਲ ਕਰ ਰਿਹਾ ਹੈ ਕੇਸ ਨੇ, ਉਹ ਕਹਿੰਦੇ ਉਹ ਜ਼ਿਆਦਾ ਠੀਕ ਹੈ। ਕੀ ਕੀਤਾ ਹਿਮਾਚਲ ਨੇ? ਦਾਅਵਾ ਕੀਤਾ ਕਿ ਅਸੀਂ 70 ਲੱਖ ਲੋਕਾਂ ਨੂੰ ਚੈੱਕ ਕਰ ਲਿਆ। ਤੋ ਠੀਕ ਹੈ, ਘਰ ਘਰ ਜਾ ਕੇ ਉਹ ਚੈੱਕ ਕਰਦੇ ਨੇ, ਕਰਨਾ ਚਾਹੀਦਾ ਹੈ। ਲੇਕਿਨ ਇੱਕ ਖਬਰ ਜਿਹੜੀ ਸਾਡਾ ਸਿਹਤ ਮੰਤਰਾਲਾ ਹਰ ਰੋਜ਼ ਦੱਸਦਾ ਇੰਡੀਆ ਦਾ, ਉਹ ਕਹਿੰਦਾ ਹੌਟ ਸਪੌਟ ਜ਼ਿਲ੍ਹਿਆਂ ਦੀ ਗਿਣਤੀ 15 ਦਿਨਾਂ 'ਚ 170 ਤੋਂ ਘਟ ਕੇ 128 ਹੋ ਗਈ। ਮਤਲਬ ਅਸੀਂ ਇੰਡੀਆ 'ਚ ਹਾਲਾਤ ਠੀਕ ਹੋ ਰਹੇ ਨੇ। ਇਸ ਤਰ੍ਹਾਂ ਹੀ ਕਰੋਨਾ ਮੁਕਤ ਜਿਹੜੇ ਜ਼ਿਲ੍ਹੇ ਨੇ, ਉਹ ਵੀ ਜਿਹੜੇ ਨੇ, ਉਹ ਕਹਿੰਦੇ ਵੀ ਉਹ ਵੀ ਘਟ ਰਹੇ ਨੇ। ਤੋਂ 307 ਹੋ ਗਏ। ਦੇਖੋ, ਜੋ ਮਰਜ਼ੀ ਦਾਅਵੇ ਕਰੋ, ਪਰ ਹਾਲ ਦੀ ਘੜੀ ਅਸੀਂ ਇਹ ਮੰਨਿਆ ਨਹੀਂ ਜਾ ਸਕਦਾ ਕਿ ਸੰਕਟ ਟਲ ਗਿਆ। ਤੇ ਸੰਕਟ ਤਾਂ ਵੱਧ ਰਿਹਾ, ਤੇ ਪੰਜਾਬ 'ਚ ਤਾਂ ਖਾਸ ਤੌਰ ਤੇ ਵੱਧ ਰਿਹਾ। ਪੰਜਾਬ 'ਚ ਕੱਲ ਦਿਨ 'ਚ 33 ਮਾਮਲੇ ਆਏ ਨੇ, ਔਰ 377 ਹੋ ਗਏ ਪੰਜਾਬ 'ਚ ਟੋਟਲ ਕੇਸ, ਤੇ 22 ਮੌਤਾਂ ਹੋ ਚੁੱਕੀਆਂ ਨੇ। ਚੌਥੀ ਮੌਤ ਕੱਲ ਹੋ ਗਈ ਹੈ। ਇਹ ਮੌਤ ਹੋਈ ਹੈ ਜਲੰਧਰ ਦੇ ਵਿੱਚ। ਮੈਂ ਜਿਵੇਂ ਕਿਹਾ ਸੀ, ਜਲੰਧਰ ਹੌਟ ਸਪੌਟ ਜਿਹਾ ਬਣ ਗਿਆ। ਜੇ ਪੁੱਛਿਆ ਜਾਵੇ ਕਿਉਂ, ਉੱਥੇ ਪਾਸ ਹੀ ਬਹੁਤ ਜਾਰੀ ਕਰਤੇ। ਉੱਥੇ ਮਤਲਬ ਮਕਸੂਦਾ ਸਬਜ਼ੀ ਮੰਡੀ 'ਚ ਕੰਟਰੋਲ ਹੀ ਨਹੀਂ ਕੀਤਾ ਗਿਆ। ਤੇ ਪਰ ਹੁਣ ਜਿਹੜਾ ਆ ਰਿਹਾ, ਨਵੇਂ ਕੇਸ ਆ ਰਹੇ ਨੇ, ਇਹ ਬੜੇ ਗੜਬੜ ਕਰਨ ਵਾਲੇ। ਇਹ ਉਹ ਕੇਸ ਨੇ ਜਿਹੜੇ ਨੰਦੇੜ ਸਾਹਿਬ ਤੋਂ ਆਏ ਨੇ। ਅਸਲ ਨੰਦੇੜ ਸਾਹਿਬ, ਪੰਜਾਬ ਤਾਂ ਠੀਕ ਸੀ। ਪਹਿਲਾ ਕੇਸ ਵੀ ਬਾਹਰੋਂ ਆਇਆ ਸੀ, ਇਟਲੀ ਤੋਂ, ਜਰਮਨ ਤੋਂ। ਫਿਰ ਉਸ ਤੋਂ ਬਾਅਦ ਤਬਲੀਗੀ ਆਏ, ਤੇ ਹੁਣ ਨੰਦੇੜ ਸਾਹਿਬ ਵਾਲੇ ਆ ਗਏ। ਤੇ ਨੰਦੇੜ ਸਾਹਿਬ ਵਾਲੇ ਆਏ ਨੇ, ਮੈਨੂੰ ਸਮਝ ਨਹੀਂ ਆ ਰਹੀ ਐਡੀ ਵੱਡੀ ਗਿਣਤੀ 'ਚ ਆਪਾਂ ਲੈ ਕੇ ਆਏ, ਇਹਨਾਂ ਦਾ ਮੈਡੀਕਲ ਉੱਥੇ ਕਿਉਂ ਨਹੀਂ ਕੀਤਾ? ਕਹਿੰਦੇ ਨਹੀਂ ਵੀ ਉੱਥੇ ਹੋਇਆ, ਫਿਰ ਕਿਸ ਤਰ੍ਹਾਂ ਦਾ ਮੈਡੀਕਲ ਹੋਇਆ? ਜਿਹੜੇ ਬੰਦੇ ਪੋਜ਼ਿਟਿਵ ਬੱਸ 'ਚ ਆ ਰਹੇ ਨੇ, ਤੇ ਇੱਥੇ ਆ ਕੇ ਉਹਨਾਂ ਨੂੰ ਘਰਾਂ 'ਚ ਜਾਣ ਦਿੱਤਾ ਗਿਆ। ਘਰਾਂ 'ਚ ਉਹਨਾਂ ਨੇ ਜਾ ਕੇ ਇੰਨੇ ਦਿਨਾਂ ਬਾਅਦ ਆਏ ਸੀ, ਬੱਚਿਆਂ ਨੂੰ ਵੀ ਜੱਫੀਆਂ ਪਾਈਆਂ, ਖੁਸ਼ ਵੀ ਹੋਏ ਵੀ ਸੀ ਆ ਗਏ। ਤੇ ਲੇਕਿਨ ਉਹਨਾਂ ਦਾ ਮੈਡੀਕਲ ਬਾਅਦ 'ਚ ਹੁੰਦਾ। ਤੇ ਮੈਡੀਕਲ ਵੀ ਕਾਹਦਾ ਹੁੰਦਾ? ਤੇ ਜਲੰਧਰ ਦੇ ਵਿੱਚ ਕੱਲ 2 ਜਿਹੜੇ ਪੇਸ਼ੈਂਟ ਨੂੰ ਪਹਿਲਾਂ ਕਹਿੰਦੇ ਤੂੰ ਨੈਗੇਟਿਵ ਹੈ, ਘਰ ਭੇਜ ਤੇ, ਫਿਰ ਬੁਲਾ ਲਏ, ਕਹਿੰਦੇ ਨਹੀਂ ਤੁਸੀਂ ਪੋਜ਼ਿਟਿਵ ਹੋ। ਮੇਰਾ ਖਿਆਲ ਹੈ ਕੈਪਟਨ ਸਾਹਿਬ, ਇੱਥੇ ਤੁਹਾਡੀ ਪਾਲਿਸੀ ਜਿਹੜੀ ਹੈ ਫੇਲ ਹੋਈ ਹੈ। ਤੁਸੀਂ 2 ਡਰਾਈਵਰ ਭੇਜੇ, ਤੁਸੀਂ ਇੱਕ ਕੰਡਕਟਰ ਭੇਜਿਆ, ਸਿਪਾਹੀ ਭੇਜਿਆ, ਸਭ ਕੁਝ ਕੀਤਾ ਹੋਊਗਾ। ਅਸੀਂ ਬੱਸਾਂ ਵੀ ਭੇਜੀਆਂ, ਤੇ ਲੋਕ ਹੁਣ ਕਹਿੰਦੇ ਨੇ ਕਿ ਕੀਤਾ ਕੀ? ਤੇ ਜਦੋਂ ਆਏ ਸੀ ਇੱਥੇ, ਉਦੋਂ ਸਖਤੀ ਕਰਨੀ ਚਾਹੀਦੀ ਸੀ। ਉਦੋਂ ਉਹਨਾਂ ਦਾ ਟੈਸਟ ਕਰਕੇ ਉਹਨਾਂ ਨੂੰ ਘਰਾਂ 'ਚ ਜਾਣ ਦੇਣਾ ਚਾਹੀਦਾ ਸੀ। ਉਹਦੇ ਤਾਂ ਛੱਡਤੇ। ਮੈਂ ਦੇਖਿਆ ਤਰਨਤਾਰਨ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਹੋ ਰਿਹਾ ਹੈ, ਉਹਨਾਂ ਦਾ ਸਨਮਾਨ ਹੋ ਰਿਹਾ ਹੈ। ਤੋ ਇਹ ਸਨਮਾਨ ਬਾਅਦ 'ਚ ਕਰ ਦਿੰਦੇ, ਪਹਿਲਾਂ ਉਹਨਾਂ ਨੂੰ ਨੈਗੇਟਿਵ ਰਿਪੋਰਟ ਦੇਖਣੀ ਚਾਹੀਦੀ ਸੀ। ਤੇ ਹੁਣ ਪੰਜਾਬ 'ਚ ਹਾਲਤ ਕੋਈ ਜ਼ਿਆਦਾ ਠੀਕ ਨਹੀਂ। ਕੱਲੇ ਜਲੰਧਰ 'ਚ 86 ਕੇਸ ਜਿਹੜੇ ਨੇ ਹੁਣ ਹੈਗੇ ਨੇ। ਔਰ ਜਿਹੜੀ ਜੇ ਆਪਾਂ ਦੇਖੀਏ, ਤੇ ਹੁਣ ਪਟਿਆਲਾ 'ਚ 63 ਇੱਕ ਮੌਤ ਹੈ, ਜਲੰਧਰ 'ਚ 88 ਕੇਸ ਹੋ ਚੁੱਕੇ ਨੇ, ਚੌਥੀ ਮੌਤ ਵੀ ਹੋ ਚੁੱਕੀ ਹੈ। ਮੋਹਾਲੀ ਦੇ ਵਿੱਚ 2 ਮੌਤਾਂ ਹੋ ਚੁੱਕੀਆਂ ਨੇ। ਚੰਡੀਗੜ੍ਹ ਦੇ ਵਿੱਚ ਵੀ 90 ਕੇਸ ਆ ਗਏ, ਵੀ ਹੁਣ ਹੌਟ ਸਪੌਟ ਜਿਹਾ ਬਣ ਗਿਆ। ਤੁਸੀਂ ਇਹ ਦੇਖ ਲਓ, ਉੱਥੇ CRPF ਲਵਾਤੀ। 68 ਪੋਜ਼ਿਟਿਵ ਕੇਸ ਨੇ ਹੁਣ। ਬਾਬੂ ਧਾਮ ਕਲੋਨੀ ਹੈ ਚੰਡੀਗੜ੍ਹ ਦੇ ਵਿੱਚ, ਉੱਥੇ ਵੀ ਹਾਲਤ ਕੋਈ ਜ਼ਿਆਦਾ ਠੀਕ ਨਹੀਂ। ਸੋ ਪੰਜਾਬ ਜਿਹੜਾ ਹੈ, ਉਹ ਲਗਾਤਾਰ, ਮੈਂ ਇਹ ਨਹੀਂ ਕਹਿੰਦਾ ਕਿ ਨੰਦੇੜ ਸਾਹਿਬ ਦੇ ਕਾਰਨ ਆਪਾਂ ਕੋਈ ਇਲਜ਼ਾਮ ਲਾਈਏ, ਪਰ ਗੱਲ ਬਿਲਕੁਲ ਕਿ ਨੰਦੇੜ ਤੋਂ ਜਿਹੜੇ ਬੰਦੇ ਆਏ ਕੈਪਟਨ ਸਾਹਿਬ, ਉਹਨਾਂ ਦਾ ਤੁਸੀਂ ਸਹੀ ਤਰੀਕੇ ਨਾਲ ਜਿਹੜਾ ਰੱਖਣਾ ਚਾਹੀਦਾ ਸੀ ਧਿਆਨ, ਉਹ ਨਹੀਂ ਰੱਖਿਆ ਗਿਆ। ਚਾਹੀਦਾ ਤਾਂ ਇਹ ਸੀ ਕਿ ਉਹਨਾਂ ਨੂੰ ਆਉਣ ਸਾਰ ਉਹਨਾਂ ਦਾ ਮੈਡੀਕਲ ਹੁੰਦਾ। ਹੁਣ ਵੀ ਤਾਂ ਕਰ ਰਹੇ ਹੋ, ਹੁਣ ਵੀ ਤਾਂ ਕਹਿ ਰਹੇ ਹੋ 21 ਦਿਨਾਂ ਲਈ ਇਕਾਂਤਵਾਸ, ਉਦੋਂ ਕਰਨਾ ਚਾਹੀਦਾ ਸੀ। ਐਨੀਵੇ, ਇਸ ਤੋਂ ਪਹਿਲਾਂ ਕਿ ਅਸੀਂ ਬ੍ਰੇਕ ਲਈਏ ਤੇ ਨਾਰਥ ਅਮਰੀਕਾ ਚਲੀਏ, ਤੇ ਮੈਂ ਇੱਕ ਖਬਰ ਜਿਹੜੀ ਬੜੀ ਚਰਚਾ ਦਾ ਵਿਸ਼ਾ ਹੈ। ਚਰਚਾ ਦਾ ਇਸ ਕਰਕੇ ਹੈ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਗੇ ਜਦੋਂ ਦਿੱਤਾ ਸੀ ਨਾ ਏਮਸ, ਬਾਦਲ ਸਾਹਿਬ ਲੈ ਗਏ ਸੀ ਬਠਿੰਡੇ, ਤੇ ਹੁਣ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਜਿਹੜਾ ਵੇ ਹੈ,
ਉਹ ਵੀ ਕਹਿੰਦੇ ਲਿਆ ਜਾ ਰਿਹਾ ਹੈ। ਉਹ ਜਲੰਧਰ ਤੋਂ ਜਿਹੜਾ ਉਹਨੂੰ ਬਾਈਪਾਸ ਕਰਦੇ ਨੇ। ਉਹਦੇ ਬਾਰੇ ਬੀਬਾ ਸਿਮਰਤ ਕਹਿੰਦੀ ਹੈ, ਮੈਂ ਡਿਟੇਲ 'ਚ ਵੀ ਗੱਲ ਕਰੂੰਗਾ, ਲੇਕਿਨ ਬੀਬਾ ਸਿਮਰਤ ਇਹ ਦਾਅਵਾ ਕਰਦੀ ਹੈ ਕਿ ਮੇਰੀ ਗਡਕਰੀ ਸਾਹਿਬ ਨਾਲ ਗੱਲ ਹੋਈ ਹੈ। ਉਹ ਕਹਿੰਦੇ ਨਹੀਂ, ਇਹ ਅੰਮ੍ਰਿਤਸਰ ਵੀ ਜਾਏਗਾ, ਇਹ ਰਾਜੀ ਤੱਕ ਜਾਏਗਾ। ਇਸ ਕਿਸਮ ਦੀ ਚਰਚਾ ਜਿਹੜੀ ਚੱਲ ਰਹੀ ਹੈ ਕਿ ਜਿਹੜੇ ਅੰਮ੍ਰਿਤਸਰ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹਾਈਵੇ ਬਣ ਰਿਹਾ ਨਾ, ਜਿਹੜਾ ਕਾਫੀ ਲੰਬਾ ਹਾਈਵੇ ਹੈ, 658 ਕਿਲੋਮੀਟਰ ਦਾ ਹਾਈਵੇ ਹੈ ਇਹ। ਔਰ ਇਹਦੀ ਲੰਬਾਈ ਤਾਂ ਚਲੋ ਹੈ, ਤੇ 30,000 ਕਰੋੜ ਰੁਪਇਆ ਵੀ ਲੱਗਣਾ ਇਹਦੇ ਤੇ। ਇਹਦੇ ਬਾਰੇ ਇਹ ਹੋਇਆ, ਕੁਝ NGO ਉੱਠੀਆਂ, ਕੁਝ ਲੋਕ ਉੱਠੇ, ਕੁਝ ਪੋਲੀਟੀਕਲ ਲੋਕ ਜਿਹੜੇ ਅੰਮ੍ਰਿਤਸਰ ਨਾਲ ਸੰਬੰਧਿਤ ਸੀ। ਪਤਾ ਇਹ ਲੱਗਿਆ ਕਿ ਇਹ ਅੰਮ੍ਰਿਤਸਰ ਤੋਂ ਜਾ ਹੀ ਨਹੀਂ ਰਿਹਾ, ਇਹ ਪਹਿਲਾਂ ਹੀ ਉਸ ਤੋਂ ਮੁੜ ਜਾਣਾ ਹੈ, ਇਹ ਪਤਾ ਜਲੰਧਰ ਤੋਂ ਹੋ ਜਾਣਾ ਹੈ। ਤੇ ਫਿਰ ਰੌਲਾ ਪੈ ਗਿਆ। ਰੌਲਾ ਪੈਣ ਤੇ ਹੁਣ ਇੱਕ ਗੱਲ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ ਰੌਲਾ ਪਿਆ ਸੀ, ਤੇ ਪਹਿਲਾਂ ਰੌਲਾ ਬੜਾ ਮਾੜਾ ਇਸ ਕਰਕੇ ਪਿਆ ਸੀ ਕਿ ਬਾਦਲ ਸਾਹਿਬ ਨੇ ਏਮਜ਼ ਬਠਿੰਡੇ ਲੈ ਗਏ ਸੀ। ਬੀਬਾ ਬਾਦਲ ਲੈ ਗਏ ਜਾਂ ਵੱਡੇ ਬਾਦਲ ਲੈ ਗਏ ਜਾਂ ਬਾਦਲ ਲੈ ਗਏ, ਬਸ ਇਹ ਕਹਿ ਲਓ ਆਪਣੇ ਏਰੀਏ 'ਚ ਲੈ ਗਏ ਸੀ। ਤੇ ਜੇ ਹੁਣ ਇਹ ਚਲੇ ਜਾਂਦਾ ਤਾਂ ਫਿਰ ਉਹਨਾਂ ਤੇ ਇਲਜ਼ਾਮ ਲੱਗਣਾ ਹੈ ਕਿ ਤੁਸੀਂ ਉਹ ਤਾਂ ਲੈ ਗਏ, ਇਹ ਵੀ ਨਹੀਂ ਰੋਕ ਸਕੇ, ਤੁਸੀਂ ਮਿਨਿਸਟਰ ਉੱਥੇ ਬੈਠੇ ਹੋ। ਤੋਂ ਭਾਰਤੀ ਜਨਤਾ ਪਾਰਟੀ ਵਾਲੇ ਬੰਦਿਆਂ ਦਾ ਵੀ ਉੱਥੇ ਉਹਨਾਂ ਦਾ ਜਿਹੜਾ ਹੈ, ਇਹ ਉਹਨਾਂ ਦੇ ਵੀ ਇਹ ਇਲਜ਼ਾਮ ਲੱਗਦਾ ਨਜ਼ਰ ਆਉਂਦਾ ਸੀ। ਤੇ ਹੁਣ ਪਤਾ ਲੱਗਿਆ, ਹਾਲੇ ਕੋਈ ਅਫੀਸ਼ੀਅਲ ਨਹੀਂ, ਲੇਕਿਨ ਹਰਸਿਮਰਤ ਕੌਰ ਬਾਦਲ ਇਹ ਕਹਿੰਦੀ ਹੈ ਕਿ ਹਰਿਆਣਾ ਦੇ ਜੱਸਰ ਖੇੜੀ ਤੋਂ ਜਿਹੜੀ ਇਹ ਸ਼ੁਰੂ ਹੋਏਗੀ, ਇਹ ਪਾਤੜਾਂ ਦੇ ਨੇੜੇ ਪੰਜਾਬ 'ਚ ਵੜ ਜਾਣੀ ਹੈ। ਉਦੋਂ ਬਾਅਦ ਭਵਾਨੀਗੜ੍ਹ ਨਕੋਦਰ ਤੋਂ ਹੁੰਦੀ ਹੈ ਕਰਤਾਰਪੁਰ ਸਾਹਿਬ। ਤੇ ਫਿਰ ਇੱਥੇ ਦੇ ਦੋ ਹਿੱਸੇ ਹੋ ਜਾਣੇ ਨੇ, ਇੱਕ ਤਾਂ ਚਲਾ ਜਾਊਗਾ ਅੰਮ੍ਰਿਤਸਰ ਤੋਂ, ਦੂਜਾ ਗੁਰਦਾਸਪੁਰ। ਇਹ ਤਰੀਕਾ ਉਹਨਾਂ ਨੇ ਇੱਥੇ ਵੀ ਕਿਹਾ ਕਿ ਰਾਜਾ ਸਾਂਸੀ ਤੱਕ ਵੀ ਜਾਏਗਾ। ਦੇਖੋ ਜੇ ਚੰਗੀ ਗੱਲ ਹੈ ਕਰ ਰਹੇ ਹੋ, ਨਹੀਂ ਤਾਂ ਫਿਰ ਗਡਕਰੀ ਸਾਹਿਬ ਕਰਨ ਨਾ ਕਰਨ, ਬਾਦਲਾਂ ਤੇ ਇਲਜ਼ਾਮ ਬਹੁਤ ਬੁਰਾ ਲੱਗਾ। ਇਲਜ਼ਾਮ ਨਹੀਂ, ਜਿਹੜੀ ਅਗਲੀ ਖਬਰ ਲੈ ਰਹੇ ਹਾਂ ਉਹ ਤਾਂ ਹਿੰਦੁਸਤਾਨ ਦਾ ਹਾਲ ਇਹ ਹੈ ਕਿ ਸਪਾਈਸ ਜੈਟ ਇੱਥੇ ਦੀ ਡੋਮੈਸਟਿਕ ਫਲਾਈਟਸ ਬਹੁਤ ਉਡੀਆਂ ਸੀ। ਉਹ ਏਅਰਲਾਈਨ ਇਹ ਕਹਿੰਦੀ ਹੈ ਕਿ ਸਾਡੇ ਜਿਹੜੇ ਕਾਰਗੋ, ਜਿਹੜੇ ਮਾਲ ਚੱਕਣ ਵਾਲੇ 500 ਜਹਾਜ਼ ਨੇ, ਉਹੀ ਚੱਲਣਗੇ ਜਾਂ ਉਹਨਾਂ ਦੇ ਬੰਦਿਆਂ ਨੂੰ ਅਸੀਂ ਪੈਸਾ ਦੇਵਾਂਗੇ। ਉਹਨਾਂ ਨੂੰ ਵੀ ਤਨਖਾਹ ਉਹ ਕਹਿੰਦੇ ਅਸੀਂ ਘੰਟਿਆਂ ਦੇ ਹਿਸਾਬ ਨਾਲ ਦੇਵਾਂਗੇ, ਬਾਕੀਆਂ ਨੂੰ ਤਨਖਾਹ ਨਹੀਂ ਮਿਲਣੀ। ਇਹ ਇਕੱਲਾ ਸਪਾਈਸ ਜੈਟ ਦਾ ਨਹੀਂ, ਜਿੱਥੇ ਵੱਡੀਆਂ ਤਨਖਾਹ ਦਿੰਦੇ ਨੇ ਪਾਇਲਟਾਂ ਨੂੰ, ਇੱਥੇ ਤਾਂ ਪੰਜਾਬ ਦੇ ਵਿੱਚ ਸਕੂਲਾਂ ਤੋਂ ਲੈ ਕੇ ਛੋਟੇ ਛੋਟੇ ਦੁਕਾਨਦਾਰਾਂ ਤੋਂ ਲੈ ਕੇ ਤਨਖਾਹ ਦਾ ਹਾਲ ਪ੍ਰਾਈਵੇਟ ਅਦਾਰਿਆਂ 'ਚ ਤਾਂ ਬਿਲਕੁਲ ਹੀ ਮਾੜਾ ਹੋਇਆ ਪਿਆ। ਉਹ ਕਹਿੰਦੇ ਅਸੀਂ ਕਿੱਥੋਂ ਦੇਈਏ। ਵੈਸੇ ਤਾਂ ਚਾਹੀਦਾ, ਹਾਲੇ ਤਾਂ ਕੁਛ ਨਹੀਂ ਹੈ, ਤਾਂ ਲੜਾਈ ਲੰਬੀ ਹੈ ਤੇ ਪਹਿਲੇ ਹੀ ਜੇ ਰੌਲਾ ਪੈ ਰਿਹਾ, ਤਾਂ ਇਹ ਕਿਤੇ ਨਾ ਕਿਤੇ ਸਰਕਾਰ ਨੂੰ ਕੋਈ ਇੱਥੇ ਵੀ ਨੀਤੀ ਬਣਾਉਣੀ ਚਾਹੀਦੀ ਹੈ। ਸਰਕਾਰ ਨੂੰ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ। ਜਿਵੇਂ ਮਾਮਲੇ 'ਚ ਅਸੀਂ ਦੱਸਿਆ ਸੀ, ਜਿਹੜਾ ਇਹਨਾਂ ਦਾ ਰਿਜ਼ਰਵ ਪੈਸਾ ਹੈ ਉਹ ਸਰਕਾਰ ਦੇਵੇ, ਸਕੂਲਾਂ ਵਾਲੇ ਆਪਣੀ ਤਨਖਾਹ ਦੇ ਸਕਣ। ਤੋਂ ਇਸ ਤਰ੍ਹਾਂ ਕਿਤੇ ਨਾ ਕਿਤੇ ਹਰ ਪਾਸੇ ਧਿਆਨ ਦੇਣ ਦੀ ਲੋੜ ਹੈ, ਤੇ ਹਿੰਦੁਸਤਾਨ 'ਚ ਇਸ ਦਾ ਰੌਲਾ ਲਗਾਤਾਰ ਪੈ ਰਿਹਾ। ਇੱਕ ਗੱਲ ਹੋਰ, ਰਿਸਰਚ ਨਾਲ ਦੀ ਨਾਲ ਹੋ ਰਹੀ ਹੈ। ਇੱਕ ਰਿਸਰਚ ਇਹ ਕਹਿੰਦੀ ਹੈ ਜਿਹੜਾ ਹੁੰਦਾ ਨਾ ਕਰੋਨਾ, ਇਹਦੇ ਬਾਰੇ ਪਿਛਲੇ ਦਿਨਾਂ 'ਚ ਜਦੋਂ ਕੁਝ ਮੌਤਾਂ ਤੋਂ ਬਾਅਦ ਉਹਨਾਂ ਨੂੰ ਦੇਖਿਆ ਗਿਆ, ਉਹਨਾਂ ਦੀ ਜਾਂਚ ਪੜਤਾਲ ਕੀਤੀ ਗਈ, ਪਤਾ ਇਹ ਲੱਗਿਆ ਕਿ ਹੁਣ ਕਰੋਨਾ 'ਚੋਂ ਪੁਰਾਣੇ ਲੱਛਣ ਨਹੀਂ, ਕਈ ਤਾਂ ਬਿਨਾਂ ਲੱਛਣਾਂ ਤੋਂ ਹੀ, ਕਈ ਕਹਿੰਦੇ ਨੇ ਕਿ ਫੇਫੜਿਆਂ ਨਾਲ, ਜ਼ਰੂਰੀ ਨਹੀਂ ਕਿ ਫੇਫੜਿਆਂ ਨੂੰ ਜਾਂਦੇ ਨੇ। ਇੱਕ ਅਮਰੀਕਾ 'ਚ ਇੱਕ ਔਰਤ ਦਾ ਦਿਲ ਤੇ ਜਿਹੜਾ ਦਿਲ ਫਟਣ ਦੀ ਜਿਹੜੀ ਖਬਰ ਆਈ ਹੈ। ਤਾਂ ਨਿਊਯਾਰਕ ਦੇ ਇੱਕ ਹਸਪਤਾਲ ਹੈ, ਉਸਨੇ ਇੱਕ ਇਹ ਗੱਲ ਦਾ ਪਤਾ ਲਗਾਇਆ ਕਿ ਇਹਦੇ ਨਾਲ ਗੁਰਦੇ ਦੇ ਵਿੱਚ ਖੂਨ, ਕਿਡਨੀ ਦੇ ਵਿੱਚ ਕਿਡਨੀ ਵੀ ਖਰਾਬ ਹੋ ਸਕਦੀ ਹੈ, ਤੇ ਫਿਰ ਦਿਲ ਦਾ ਦੌਰਾ ਪੈਂਦਾ। ਇਹ ਗੱਲ ਜਿਹੜੀ ਹੈ ਨਵੀਂ। ਇਸ ਤਰ੍ਹਾਂ ਰਿਸਰਚ ਤਾਂ ਇੱਕ ਹੋਰ ਵੀ ਆਈ ਹੈ, ਜਿਹਦੇ 'ਚ ਕਿਹਾ ਗਿਆ ਹੈ ਕਿ ਜੇ ਤੁਸੀਂ ਸਹੀ ਭੋਜਨ ਖਾਓ ਤੇ ਫਿਰ ਕਰੋਨਾ ਮਾਰ ਨਹੀਂ ਕਰਦਾ। ਕਿਹੜਾ ਭੋਜਨ? ਇਹ ਰਿਸਰਚ ਇਹ ਕਹਿੰਦੀ ਹੈ ਕਿ ਵਿਟਾਮਿਨ ਸੀ, ਵਿਟਾਮਿਨ ਡੀ, ਇਹ ਜਿਹੜੇ ਭੋਜਨ 'ਚ ਜ਼ਿਆਦਾ ਨੇ ਤਾਂ ਤੁਹਾਡਾ ਜਿਹੜਾ ਸਾਹ ਲੈਣ ਵਾਲਾ ਸਿਸਟਮ ਹੈ ਉਹ ਠੀਕ ਰਹੂਗਾ, ਇਮਿਊਨ ਸਿਸਟਮ ਠੀਕ ਰਹੂਗਾ।
ਰੈਸਪੀਰੇਟਰੀ ਥੋੜਾ ਟੋਟਲੀ ਠੀਕ ਰਹੂਗਾ। ਤੇ ਫਿਰ ਉਹਨਾਂ ਨੇ ਕੀ ਕਿਹਾ ਕਿ ਕਿਵੇਂ ਇਮਿਊਨ ਸਿਸਟਮ ਠੀਕ ਰਹੇ, ਕੁਝ ਕਹਿੰਦੇ ਵਿਟਾਮਿਨ ਡੀ ਪਰ ਖਾਓ ਜਿਹੜੀ ਜਿਹਦੇ ਚ ਹੈ, ਜ਼ਿੰਕ ਹੈ, ਉਹ ਕੀ ਖਾਦਾ ਜਾਵੇ, ਓਮੇਗਾ 3 ਹੈ ਜਾਂ ਆਪਾਂ ਮੱਛੀ ਖਾ ਲਓ, ਕੋਈ ਕੋਈ ਐਸੀ ਚੀਜ਼ ਖਾਓ ਜਿਹਦੇ ਨਾਲ ਤੁਹਾਡੇ ਇਹ ਜਿਹੜੀਆਂ ਚੀਜ਼ਾਂ ਇਹ ਸਰੀਰ ਚ ਵੱਧ ਜਾਣ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਇਹ ਵਿਟਾਮਿਨ ਜ਼ਿਆਦਾ ਜਾਣ। ਤੇ ਫਿਰ ਉਹ ਕਹਿੰਦੇ ਇਹਦੇ ਨਾਲ ਕੀ ਹੋਊਗਾ, ਇਹਦੇ ਨਾਲ ਤਿਆਰ ਹੋ ਜਾਂਦਾ ਕਿ ਉਹ ਜਦੋਂ ਇਮਿਊਨ ਸਿਸਟਮ ਜ਼ਿਆਦਾ ਹੋ, ਪਹਿਲਾਂ ਵੈਸੇ ਇਹ ਤਾਂ ਅਮਰੀਕਾ ਦੀ ਰਿਸਰਚ ਹੈ, ਤੇ ਮੈਂ ਤਾਂ ਪਹਿਲਾਂ ਬਹੁਤ ਵਾਰ ਅਸੀਂ ਆਪਾਂ ਜ਼ਿਕਰ ਕਰ ਚੁੱਕੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਤਾਂ ਆਯੁਰਵੇਦ ਦੇ ਵਿੱਚ ਬਹੁਤ ਸਾਰੇ ਐਸੇ ਮਸਾਲੇ ਨੇ ਜਿਹੜੇ ਵਧਾਉਂਦੇ ਨੇ। ਤੁਸੀਂ ਲਸਣ ਖਾਂਦੇ ਹੋ, ਤੁਸੀਂ ਦਾਲਚੀਨੀ, ਤੁਸੀਂ ਲੌਂਗ, ਅਜਮੈਨ, ਇਹੋ ਜਿਹੀਆਂ ਚੀਜ਼ਾਂ ਪਈਆਂ ਨੇ ਜਿਹੜੇ ਘਰੇਲੂ ਨੁਸਖੇ ਨੇ, ਉਹ ਤੁਹਾਡੇ ਇਮਿਊਨ ਸਿਸਟਮ ਤੇ ਅਸਰ ਪਾਉਂਦੀਆਂ ਨੇ। ਤੇ ਜਿਹਦਾ ਇਮਿਊਨ ਸਿਸਟਮ ਠੀਕ ਹੈ ਉਹ ਤੇ ਕਰੋਨਾ ਜਿਹੜਾ ਹੈ ਉਹ ਅਸਰ ਘੱਟ ਕਰਦਾ ਹੈ, ਇਹ ਗੱਲ ਪੱਕੀ ਹੈ। ਕਿਉਂਕਿ ਬਹੁਤ ਸਾਰੇ ਲੋਕ ਦਾ ਕਰੋਨਾ ਹੋ ਕੇ ਸ਼ਾਇਦ ਠੀਕ ਵੀ ਹੋ ਗਿਆ ਹੋਵੇ, ਇਹ ਗੱਲ ਵੀ। ਤੇ ਨਾਲ ਹੁਣ ਆਪਾਂ ਇੱਕ ਖਬਰ ਲੈ ਲਈਏ, ਉਹਨਾਂ ਤੋਂ ਜਿਹੜੀ ਹੈ ਉਹ ਠੀਕ ਜਿਹੜੀ ਬਣਦੀ ਨਹੀਂ ਖਬਰ ਦਾ ਬੁਲੇਟਿਨ, ਉਹ ਹੈ ਸਾਡੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਸਾਹਿਬ। ਕੋਈ ਨਾ ਕੋਈ ਨਵੀਂ ਗੱਲ ਉਹਨਾਂ ਨੇ ਕੱਢਣੀ ਹੁੰਦੀ ਹੈ, ਉਹਨਾਂ ਨੇ ਇੱਕ ਗੱਲ ਹੋਰ ਕੱਢਤੀ। ਉਹ ਹੁਣ ਕਹਿੰਦੇ ਕਿ ਜਿਹੜਾ ਚੀਨ ਹੈ ਇਹ ਨਹੀਂ ਚਾਹੁੰਦਾ ਕਿ ਮੈਂ ਆਉਂਦੀ ਇਲੈਕਸ਼ਨ 'ਚ ਜਿੱਤਾਂ, ਇਸ ਕਰਕੇ ਸਾਜ਼ਿਸ਼ਾਂ ਕਰ ਰਿਹਾ। ਜਿਹੜੀ ਚੀਨ ਤੇ ਉਹਨਾਂ ਨੇ ਹੁਣ ਇਹ ਇਤਰਾਜ਼ ਉਠਾਇਆ ਕਿ ਮੈਨੂੰ ਹਰਾਉਣ ਲਈ ਚੀਨ ਜਿਹੜਾ ਸਾਜ਼ਿਸ਼ਾਂ ਕਰ ਰਿਹਾ ਜੀ। ਟਰੰਪ ਸਾਹਿਬ ਨੇ ਕੁਝ ਵੀ ਕਹਿ ਸਕਦੇ ਨੇ, ਤੇ ਚੀਨ ਦੇ ਵਾਇਰਸ ਤੋਂ ਲੈ ਕੇ ਉਹ ਸਾਰਾ ਕੁਝ ਉਹਨਾਂ ਦਾ ਹੈ, ਉਹ ਕੁਝ ਕਹਿ ਵੀ ਸਕਦੇ ਨੇ, ਕੁਝ ਕਰ ਵੀ ਸਕਦੇ ਨੇ, ਇਹ ਵੀ ਤੁਹਾਨੂੰ ਪਤਾ ਹੈ। ਲੇਕਿਨ ਉਹਨੇ ਤਾਜੀ ਅੱਜ ਦੀ ਸਟੇਟਮੈਂਟ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਇੱਕ ਸਟੇਟਮੈਂਟ ਤੁਹਾਡੇ ਹੋਰ ਸਾਂਝੀ ਕਰ ਲਈਏ, ਉਹ ਇਹ ਹੈ ਕਿ ਨਰਿੰਦਰ ਮੋਦੀ ਸਾਹਿਬ ਨੇ, ਪ੍ਰਧਾਨ ਮੰਤਰੀ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕੀਤੀ ਗੱਲਬਾਤ। ਕੀ ਕਿਹਾ? ਉਹਨੂੰ ਕਿਹਾ ਕਿ ਤੁਹਾਡਾ ਹੈਗਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਲੋਕਾਂ ਨੂੰ, ਸਾਡੇ ਨਾਗਰਿਕਾਂ ਨੂੰ, ਇੰਡੀਅਨਸ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ, ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਮਾਮਲੇ ਦੇ ਵਿੱਚ। ਉਹਨਾਂ ਨੇ ਜਸਟਿਨ ਟਰੂਡੋ ਬਾਰੇ ਇਹ ਕਿਹਾ। ਬਿਲਕੁਲ ਮੋਦੀ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ, ਜਿਸ ਤਰੀਕੇ ਨਾਲ ਜਸਟਿਨ ਟਰੂਡੋ ਨੇ ਕੈਨੇਡਾ ਦੇ ਵਿੱਚ ਇੰਡੀਅਨਸ ਜਾਂ ਸਾਰੀਆਂ ਕਮਿਊਨਿਟੀਜ਼ ਦਾ ਖਿਆਲ ਰੱਖਿਆ, ਜੇ ਸਾਰੇ ਉਸ ਤਰ੍ਹਾਂ ਰੱਖਦੇ ਤਾਂ ਇਹ ਸੰਕਟ ਦਾ ਮੁਕਾਬਲਾ ਕਰਨਾ ਜ਼ਿਆਦਾ ਔਖਾ ਨਹੀਂ ਰਹਿ ਜਾਂਦਾ। ਤੋ ਆਸ ਕਰਦੇ ਹਾਂ ਕਿ ਹੋਰ ਕੰਟਰੀ ਵੀ ਜਸਟਿਨ ਟਰੂਡੋ ਵਾਂਗ ਆਪਣੀ, ਬਾਕੀ ਜਿਹੜੇ ਬੰਦੇ, ਤੁਹਾਨੂੰ ਇਹਨਾਂ ਨੂੰ ਵੀ ਪਤਾ ਹੈ, ਟਰੂਡੋ ਸਾਹਿਬ ਨੂੰ ਪਤਾ ਹੈ, ਆਸਟ੍ਰੇਲੀਆ ਵਾਲਿਆਂ ਨੂੰ ਪਤਾ ਹੈ ਕਿ ਇੰਡੀਆ ਜਾਂ ਚਾਈਨਾ ਜਾਂ ਬਾਹਰੋਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੀ ਇਕਨੋਮੀ 'ਚ ਹਿੱਸਾ ਵੀ ਪਾਉਂਦੇ ਨੇ, ਜੋ ਦੇ ਰਹੇ ਨੇ ਕੁਛ, ਤਾਂ ਉਹਨਾਂ ਦਾ ਫੀਸਾਂ ਦਾ ਪੈਸਾ ਵੀ ਤਾਂ ਜਾਂਦਾ ਇੰਨਾ। ਤੋ ਇਹ ਗੱਲ ਜਿਹੜੀ ਹੈ ਫਿਰ ਵੀ ਚੰਗੀ ਗੱਲ ਹੈ ਕਿ ਮੋਦੀ ਸਾਹਿਬ ਨੇ ਇਸ ਹਾਲਾਤ ਦੇ ਵਿੱਚ ਵੀ ਜਸਟਿਨ ਟਰੂਡੋ ਦਾ ਧੰਨਵਾਦ ਕੀਤਾ। ਦੋ ਤਿੰਨ ਖਬਰਾਂ ਪੰਜਾਬ ਦੀਆਂ ਲੈ ਲਈਆਂ, ਕਿਉਂਕਿ ਪੰਜਾਬ ਦੀਆਂ ਖਬਰਾਂ 'ਚ ਵੀ ਦਿਲਚਸਪੀ ਵੀ ਹੁੰਦੀ ਹੈ, ਤੇ ਖਬਰਾਂ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਇਹ ਖਬਰਾਂ ਤਾਂ ਤੁਹਾਨੂੰ ਉਧਰੋਂ ਵੀ ਮਿਲ ਜਾਂਦੀਆਂ ਨੇ। ਹੁਣ ਜਿਵੇਂ ਇਹ ਖਬਰ ਸ਼ਾਇਦ ਤੁਹਾਨੂੰ ਉਧਰ ਨਾ ਮਿਲੀ ਹੋਵੇ, ਤਰਨ ਦੀ ਖਬਰ ਹੈ। ਗਵਾਂਢ ਦੇ ਇੱਕ ਕੁੜੀ ਹੈ 20 ਸਾਲ ਦੀ, ਗਵਾਂਢ 'ਚ ਮੁੰਡਾ ਰਹਿੰਦਾ, ਉਹ ਤੰਗ ਕਰਦਾ ਰਿਹਾ ਕੁੜੀ ਨੂੰ। ਕੁੜੀ ਘਰ 'ਚ ਜਿਵੇਂ ਇੱਕ ਦੂਜੇ ਦੇ ਗਵਾਂਢ 'ਚ ਹੁੰਦਾ, ਰੋਕਿਆ ਨਹੀਂ, ਦੋਨੇ ਪਰਿਵਾਰਾਂ ਦਾ ਵੀ ਝਗੜਾ ਹੋਇਆ, ਥੋੜਾ ਬਹੁਤਾ ਨਹੀਂ ਹਟੇ, ਤਾਂ ਮੁੰਡੇ ਨੇ ਕੁੜੀ ਬਾਰੇ ਕੁਝ ਐਸਾ ਗਲਤ ਲਿਖਤਾ ਕੰਧ ਤੇ, ਜਿਹੜਾ ਹੁਣ ਕੰਧ ਤੇ ਲਿਖਿਆ ਹੈ, ਆਪਾਂ ਕਹਿੰਦੇ ਕੰਧ ਤੇ ਲਿਖਿਆ ਪੜ੍ਹ ਲਓ, ਉਹਨੇ ਸੱਚਮੁੱਚ ਹੀ ਕੰਧ ਤੇ ਲਿਖਤਾ। ਤੇ ਕੁੜੀ ਇੰਨੀ ਡਿਪਰੈਸ ਹੋਈ, ਇੰਨੀ ਦੁਖੀ ਹੋਈ, ਉਹਨੇ ਘਰਾਂ 'ਚ ਦਵਾਈਆਂ ਤਾਂ ਪਈਆਂ ਹੁੰਦੇ ਨੇ ਕੰਨ ਦੀਆਂ, ਕੋਈ ਜ਼ਹਿਰੀਲੀ ਦਵਾਈ ਖਾਧੀ ਤੇ ਖੁਦਕੁਸ਼ੀ। ਇਹ ਵੱਖਰੀ ਗੱਲ ਹੈ ਕਿ ਮੁੰਡਾ, ਉਹਦੀ ਮਾਂ ਫੜੇ ਗਏ, ਇਹ ਬਾਅਦ ਦੀਆਂ ਗੱਲਾਂ ਨੇ। ਗੱਲ ਤਾਂ ਸਾਡੀ ਸਾਈਕੀ ਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਕਰੀ ਜਾਂਦੇ ਹਾਂ, ਅਸੀਂ ਛੋਟੀ ਛੋਟੀਆਂ ਗੱਲਾਂ ਸਿਰਫ। ਤੋ ਇਹ ਜਿਹੜਾ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਬਹੁਤ ਇਸ ਯੁੱਗ ਦੇ ਵਿੱਚ ਅਸੀਂ ਦੇਖ ਕੇ ਜਦੋਂ ਫਿਰ ਦੁੱਖ ਬੜਾ ਹੁੰਦਾ ਹੈ। ਸੋ ਪਿਆਰੋ, ਦੁੱਖ ਦੀਆਂ ਖਬਰਾਂ ਸਾਰਾ ਦਿਨ ਤੁਹਾਨੂੰ ਸੁਣਾਉਣੇ ਆ, ਪਰ ਹੁਣ ਜਿਹੜਾ ਆਸ ਕਰਕੇ ਕਿ ਹੁਣ ਚੰਗੀਆਂ ਖਬਰਾਂ, ਸੁੱਖ ਦੀਆਂ ਖਬਰਾਂ ਵੀ ਆਉਣ,
ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰੀਏ। ਇਸ ਆਸ ਤੇ ਇਸ ਅਰਦਾਸ ਨਾਲ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ। ਕੱਲ ਸਵੇਰੇ 8:40 ਤੇ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋ, ਤੇ ਕੱਲ ਸ਼ਾਮ ਨੂੰ ਚਰਚਾ ਪ੍ਰੋਗਰਾਮ ਜਿਹੜਾ ਹੈ ਅੱਜ ਸ਼ਾਮ ਨੂੰ ਵੀ 5:30 ਵਜੇ ਚਰਚਾ ਕਰਾਂਗੇ। ਹਰ ਰੋਜ਼ ਇਹਨਾਂ ਦੋਨੇ ਪ੍ਰੋਗਰਾਮ 'ਚ ਮਿਲਦੇ ਆ। ਜਿਹੜੇ ਕਈ ਵਾਰ ਨਹੀਂ ਮਿਲ ਸਕਦੇ ਉਹ YouTube ਤੇ ਚਲੇ ਜਾਣ, ਤੇ ਜਿਹੜੇ ਟੀਵੀ ਦੇ ਸਾਹਮਣੇ ਨਹੀਂ ਉਹ ਫੇਸਬੁੱਕ ਲਾਈਵ ਦੇਖ ਸਕਦੇ। ਅਸੀਂ ਤੁਹਾਡੇ ਨਾਲ ਲਗਾਤਾਰ ਗੱਲ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।